ਇਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਗਾਵਹਿ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਤਰੇ। ਗਾਵਹਿ ਇੰਦਰਾਦ ਭਗਤ ਪ੍ਰਹਿਲਾਦਿਕ, ਆਤਮ ਰਸ ਜਿਨ ਜਾਣਿਓ। ਕਬ ਕਲ ਸੁਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੁੱਧ ਚਵਾਵੈ ਸੋ ਕਿਤ ਖਾਏ, ਕਿਉ ਤਤ ਨਾ ਬੂਝੈ ਟੋਟਾ ਖਾਏ। ਕਬੁੱਧ ਚਵਾਵੈ ਸੋ ਕਿਤ ਖਾਏ, ਕਿਉ ਤਤ ਨਾ ਬੂਝੈ ਟੋਟਾ ਖਾਏ। ਜਮਦਾਰ ਪਾਤੇ ਕੋਈ ਨ ਰਾਖੈ, ਬਿਨ ਸਰਬਦੈ ਨਾਹੀ ਪਤ ਸਾਖੈ। ਕਿਉ ਤਤ ਬੂਝੈ ਪਾਵੈ ਪਾਰ, ਨਾਨਕ ਮਨ ਮੁਖ ਬੁਝੈ ਗਵਾਰ। ਕਿਉ ਕਰ ਬੂਝੈ ਪਾਵੈ ਪਾਰ, ਨਾਨਕ ਮਨ ਮੁਖ ਨਾ ਬੁਝੈ ਗਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਪਤਿਤ ਪਾਵਨ ਭਗਤ ਵਸ਼ਲ, ਅੰਤਰਜਾਮੀ ਦੀਨ ਦਇਆ ਮਿਹਰਬਾਨ, ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਸ਼ਬਦ ਗੁਰੂ ਬਾਣੀ ਗੁਰੂ, ਪ੍ਰਤੱਖ ਸਤਿਗੁਰੂ ਸਮਰੱਥ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਮਹਾਨ ਕਿਰਪਾਲਤਾ ਦਇਆਲਤਾ ਦਾ ਸਦਕਾ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੀ ਛੋਹ ਦੇ ਨਾਲ ਪਵਿੱਤਰ ਹੋਈ ਧਰਤੀ ਸੁਲਤਾਨਪੁਰ ਸਾਹਿਬ ਦੀ ਨਗਰੀ, ਸਾ ਧਰਤੀ ਭਾਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ।
ਜਿਸ ਧਰਤੀ ਦੇ ਕਣ ਕਣ ਨੂੰ ਸਤਿਗੁਰੂ ਸਾਹਿਬ ਜੀ ਨੇ ਆਪਣੇ ਪਵਿੱਤਰ ਚਰਨਾਂ ਦੀ ਛੋਹ ਦੇ ਕਰਕੇ ਪਾਵਨ ਕੀਤਾ ਹੈ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਗੁਰੂ ਸਾਹਿਬ ਜੀ ਕਾ ਪਾਵਨ ਦਰਬਾਰ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਪੰਜ ਬਾਣੀਆਂ ਦਾ ਨਿਤਨੇਮ ਹੋਇਆ। ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਗੁਰੂ ਮਹਾਰਾਜ ਸਾਹਿਬ ਜੀ ਕੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਸਤਿਗੁਰਾਂ ਨੇ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ ਕੇ ਗੁਰਸਿੱਖ ਸੰਗਤਾਂ ਨੂੰ ਨਿਹਾਲ ਕੀਤਾ ਹੈ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲਸਾਰ। ਧੰਨ ਸੋ ਦਿਨਸ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਮਹਾਰਾਜ ਸਾਹਿਬ ਜੀ ਲੜੀਵਾਰ ਰੂਪ ਦੇ ਵਿੱਚ ਸਿੱਧ ਗੋਸ਼ਟ ਬਾਣੀ ਦੁਆਰਾ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜੋ ਇਹ ਬਾਣੀ ਸਤਿਗੁਰੂ ਸਾਹਿਬ ਜੀ ਨੇ ਸਿੱਧਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਹੋਇਆਂ ਉਚਾਰਨ ਕੀਤੀ ਹੈ। ਇਸ ਪਾਵਨ ਬਾਣੀ ਦੀਆਂ 73 ਪੌੜੀਆਂ ਹਨ ਸਿੱਧ ਗੋਸ਼ਟ ਬਾਣੀ ਦੀਆਂ। ਇਹ ਅੰਮ੍ਰਿਤ ਬਾਣੀ ਜਗਤ ਗੁਰੂ ਪਹਿਲੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਹੈ। ਸਿੱਧਾਂ ਦੇ ਸਵਾਲ, ਗੁਰੂ ਜੀ ਦੇ ਜਵਾਬ, ਸਿੱਧਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਮਹਾਰਾਜ ਸਾਹਿਬ ਜੀ ਨੇ। ਔਰ ਇਹ ਬਾਣੀ ਮਹਾਰਾਜ ਸਾਹਿਬ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਉਚਾਰਨ ਕੀਤੀ ਹੈ। ਸਿੱਧਾਂ ਨਾਲ ਗੋਸ਼ਟੀ ਭਾਵੇਂ ਵੱਖ-ਵੱਖ ਥਾਵਾਂ ਤੇ ਹੋਈ, ਸਮੇਰ ਪਰਬਤ ਤੇ ਹੋਈ, ਅਚਲ ਬਟਾਲੇ ਹੋਈ, ਸ੍ਰੀ ਨਾਨਕ ਮਤੇ ਸਾਹਿਬ ਹੋਈ, ਪਰ ਇਹ ਬਾਣੀ ਸ੍ਰੀ ਕਰਤਾਰਪੁਰ ਸਾਹਿਬ ਆ ਕੇ ਮਹਾਰਾਜ ਨੇ ਉਚਾਰਨ ਕੀਤੀ ਹੈ। ਬਾਬਾ ਬੁੱਢਾ ਸਾਹਿਬ ਤੇ ਬਾਬਾ ਲਹਿਣਾ ਜੀ ਦੇ ਬੇਨਤੀ ਕਰਨ ਤੋਂ ਕਿ ਮਹਾਰਾਜ ਜੋ ਆਪ ਜੀ ਦੇ ਨਾਲ ਸਿੱਧਾਂ ਦੀ ਗੋਸ਼ਟੀ ਹੋਈ, ਸਿੱਧਾਂ ਨੇ ਸਵਾਲ ਕੀਤੇ, ਆਪ ਜੀ ਨੇ ਉਹਨਾਂ ਦੇ ਉੱਤਰ ਦਿੱਤੇ। ਉਹ ਕਿਹੜੇ ਉਹਨਾਂ ਦੇ ਸਵਾਲ ਸੀ ਤੇ ਆਪ ਜੀ ਨੇ ਉੱਤਰ ਕਿਹੜੇ ਦਿੱਤੇ, ਜਵਾਬ ਕਿਹੜੇ ਦਿੱਤੇ। ਫਿਰ ਮਹਾਰਾਜ ਨੇ ਇਹ ਬਾਣੀ ਉਚਾਰਨ ਕੀਤੀ ਤੇ ਦੱਸਿਆ ਵੀ ਐਸ ਸਿੱਧ ਨੇ ਆਹ ਸਵਾਲ ਕੀਤਾ ਸੀ। ਕੁਝ ਸਿੱਧਾਂ ਦੇ ਨਾਮ ਵੀ ਦਿੱਤੇ ਮਹਾਰਾਜ ਸਾਹਿਬ ਜੀ ਨੇ ਇਸ ਬਾਣੀ ਦੇ ਅੰਦਰ, ਜਿਵੇਂ ਬਚਨ ਆਉਂਦਾ ਗੋਰਖ ਪੂਤ ਲੋਹਾਰੀ ਪਾ ਬੋਲੇ, ਇਸੇ ਤਰ੍ਹਾਂ ਚਰਪਟ ਬੋਲੇ ਅਵਧੂ ਨਾਨਕ। ਇਹ ਸਿੱਧਾਂ ਦੇ ਨਾਮ ਵੀ ਇਸ ਬਾਣੀ ਦੇ ਵਿੱਚ ਆਏ ਹਨ। ਭਾਵੇਂ ਸਾਰੇ ਸਿੱਧਾਂ ਦੇ ਨਾਮ ਨਹੀਂ ਆਏ, ਪਰ ਉਹਨਾਂ ਦੇ ਸਵਾਲ ਆਏ ਆ। ਉਹ ਸਵਾਲ ਵੀ ਗੁਰੂ ਸਾਹਿਬ ਜੀ ਨੇ ਆਪ ਹੀ ਦੱਸੇ ਵੀ ਸਿੱਧਾਂ ਨੇ ਆਹ ਸਾਨੂੰ ਸਵਾਲ ਕੀਤੇ ਸੀ, ਉਹਦਾ ਅਸੀਂ ਉੱਤਰ ਦਿੱਤਾ, ਜਵਾਬ ਦਿੱਤਾ। ਇਸੇ ਤਰ੍ਹਾਂ ਜਨਮ ਸਾਖੀ ਪੜ੍ਹੀਏ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਪੜ੍ਹੀਏ, ਉਹਦੇ ਵਿੱਚ ਸਿੱਧਾਂ ਦੇ ਬਹੁਤੇ ਨਾਮ ਆ ਜਾਂਦੇ, ਸਿੱਧਾਂ ਦੇ ਸਵਾਲ, ਮਹਾਰਾਜ ਸਾਹਿਬ ਜੀ ਦੇ ਜਵਾਬ। ਕੁਝ ਤਾਂ ਇਹ ਐਸੇ ਹੀ ਹਨ ਜੋ ਇਸ ਬਾਣੀ ਦੇ ਵਿੱਚ ਸਵਾਲ, ਉਹੀ ਸਵਾਲ ਉੱਥੇ ਆਉਂਦੇ ਆ, ਕੁਝ ਵੱਖਰੇ ਵੱਖਰੇ ਵੀ ਆ। ਤੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਸ ਬਾਣੀ ਦੀ, ਅੰਮ੍ਰਿਤ ਬਾਣੀ ਦੀ ਜੋ ਸਾਧ ਸੰਗਤ ਜੀ 55 ਪੌੜੀਆਂ ਦੀ ਪਿਛੇ ਵਿਚਾਰ ਹੋਈ ਹੈ, ਤਾਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ 54 ਪੌੜੀਆਂ ਤੀਕ ਪਿਛੇ ਜੋ ਵਿਚਾਰ ਹੋਈ ਹੈ, 55ਵੀਂ ਪੌੜੀ ਤੋਂ ਅੱਜ ਆਰੰਭਤਾ ਹੋ ਰਹੀ ਹੈ। ਇਸ 55ਵੀਂ ਪੌੜੀ ਦੇ ਅੰਦਰ ਸਿੱਧਾਂ ਦੇ ਸਵਾਲ ਆ। ਇਹਦੇ ਤੋਂ ਅੱਗੇ 56 ਨੰਬਰ ਦੀ ਪੌੜੀ ਤੇ 57 ਨੰਬਰ ਦੀ ਪੌੜੀ ਵਿੱਚ ਮਹਾਰਾਜ ਨੇ ਇਹ ਜਵਾਬ ਦਿੱਤੇ। ਇਹ 55 ਨੰਬਰ ਦੀ ਪੌੜੀ ਵਿੱਚ ਸਿੱਧਾਂ ਦੇ ਪ੍ਰਸ਼ਨ ਆ, ਅਗਲੀਆਂ 2 ਪੌੜੀਆਂ ਵਿੱਚ ਇਹਨਾਂ ਦੇ ਉੱਤਰ ਗੁਰੂ ਸਾਹਿਬ ਜੀ ਦੇਣਗੇ। ਤੋ ਜਿਵੇਂ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹਨ, ਸ਼ਰਧਾ ਭਾਵਨਾ ਆਦਬ ਸਤਿਕਾਰ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਹ ਬੁੱਧ ਜਵਾਵੈ ਸੋ ਕਿਤ ਖਾਏ। ਸਿੱਧਾਂ ਨੇ ਅੱਗੇ ਸਵਾਲ ਕੀਤਾ ਹੈ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਕਿ ਸਤਿਗੁਰੂ ਜੀ
ਜੋ ਖੋਟੀ ਬੁੱਧੀ ਹੈ, ਇਸ ਨੂੰ ਕਿਵੇਂ ਚਵਾਵੇ, ਕਿਵੇਂ ਦੂਰ ਕੀਤਾ ਜਾਵੇ, ਇਸ ਦੀ ਕਿਵੇਂ ਨਿਵਰਤੀ ਕੀਤੀ ਜਾਵੇ। ਕੁਬੁੱਧ, ਜੋ ਖੋਟੀ ਬੁੱਧ ਹੈ, ਕੱਕਾ ਪਹਿਲਾਂ ਲੱਗਾ ਨਾ, ਜੇ ਸੱਸਾ ਲੱਗਾ ਹੋਵੇ ਫਿਰ ਸੁਬੁੱਧ ਸ੍ਰੇਸ਼ਟ ਬੁੱਧੀ ਬਣ ਜਾਂਦਾ, ਪਰ ਜਦੋਂ ਕੱਕਾ ਪਹਿਲਾਂ ਲੱਗ ਜਾਵੇ ਫਿਰ ਇਹ ਕੱਕਾ ਇਹਦੇ ਨਾਲ ਖੋਟੀ ਬੁੱਧ ਬਣ ਜਾਂਦੀ ਹੈ। ਬੁੱਧ ਇੱਕ ਚੰਗੀ ਹੁੰਦੀ, ਇੱਕ ਮੰਦੀ ਹੁੰਦੀ ਹੈ, ਇੱਕ ਸਧਾਰਨ ਹੁੰਦੀ ਹੈ, ਤਿੰਨ ਤਰ੍ਹਾਂ ਦੀ ਹੈ। ਜਿਵੇਂ ਇੱਕ ਪੁੱਤਰ ਹੁੰਦਾ, ਇੱਕ ਸੁਪੁੱਤਰ ਹੁੰਦਾ ਤੇ ਇੱਕ ਕੁਪੁੱਤਰ ਹੁੰਦਾ। ਉਹ ਕੱਕਾ ਲੱਗ ਜਾਵੇ ਕਪੁੱਤਰ ਬਣ ਜਾਵੇ, ਉਹ ਕੋਟਾ ਪੁੱਤਰ। ਇਸੇ ਤਰ੍ਹਾਂ ਇੱਕ ਸੁਮੱਤ ਹੈ, ਇੱਕ ਮੱਤ ਹੈ ਤੇ ਇੱਕ ਕੁਮੱਤ ਹੈ। ਇਹ ਬਾਣੀ ਵਿੱਚ ਹੀ ਬਚਨ ਆਉਂਦੇ। ਜਿੱਥੇ ਸੱਸੇ ਨਾਲ ਆਵੇ, ਸੱਸੇ ਔਂਕੜ ਮੰਮਾ ਤੇ ਤੱਤੇ ਨੂੰ ਸਿਹਾਰੀ, ਸੁਮੱਤ, ਉੱਥੇ ਸ੍ਰੇਸ਼ਟ ਮੱਤ ਦਾ ਵਾਚਕ ਹੈ, ਸ੍ਰੇਸ਼ਟ ਚੰਗੀ ਮੱਤ, ਚੰਗੀ ਬੁੱਧ। ਜਿਸੇ ਕੱਕੇ ਨੂੰ ਔਂਕੜ ਮੰਮਾ ਤੇ ਤੱਤੇ ਨੂੰ ਸਿਹਾਰੀ, ਕੁਮੱਤ, ਉੱਥੇ ਫਿਰ ਖੋਟੀ ਮੱਤ, ਭੈੜੀ ਮੱਤ। ਇਸੇ ਤਰ੍ਹਾਂ ਦੁਰਮੱਤ, ਉਹ ਵੀ ਖੋਟੀ ਮੱਤ ਦਾ ਹੀ ਵਾਚਕ ਹੈ। ਤਾਂ ਇੱਥੇ ਆਇਆ ਕੁਬੁੱਧ। ਕੁਬੁੱਧ ਤੋਂ ਭਾਵ ਹੈ ਭੈੜੀ ਬੁੱਧੀ, ਖੋਟੀ ਬੁੱਧੀ, ਜਿਹੜੀ ਭੈੜਾ ਸੋਚਦੀ ਹੈ, ਮਾੜਾ ਸੋਚਦੀ ਹੈ, ਮਾੜਾ ਹੀ ਨਿਰਣਾ ਕਰਦੀ ਹੈ, ਹਰ ਵੇਲੇ ਭੈੜੀ ਵਿਚਾਰ ਹੀ ਜਿਸ ਵਿੱਚ ਆਉਂਦੀ ਰਹਿੰਦੀ ਹੈ। ਸਿੱਧ ਕਹਿੰਦੇ ਮਹਾਰਾਜ, ਉਹ ਕਿਹੜਾ ਥਾਂ ਹੈ ਸੋ ਕਿਤ ਠਾਏ, ਉਹ ਕਿਹੜੀ ਜਗ੍ਹਾ ਹੈ, ਕਿਹੜੀ ਥਾਂ ਹੈ ਜਿੱਥੇ ਜਾ ਕਰਕੇ ਇੱਕ ਖੋਟੀ ਬੁੱਧੀ ਦੂਰ ਹੋ ਸਕੇ। ਕਿਉ ਤਤ ਨਾ ਬੂਝੈ ਚੋਟਾਂ ਖਾਏ। ਮਹਾਰਾਜ, ਇੱਕ ਸਾਡਾ ਇਹ ਸਵਾਲ ਹੈ, ਕਿਉਂ ਤਤ ਨਾ ਬੂਝੇ, ਕਿ ਤਤ ਜੋ ਅਸਲੀਅਤ ਹੈ, ਤਤ ਸਿਧਾਂਤ ਸਰੂਪ ਪਰਮੇਸ਼ਰ ਹੈ, ਉਸ ਨੂੰ ਜੀਵ ਕਿਵੇਂ ਨਹੀਂ ਬੁੱਝਦਾ, ਕਿਉਂ ਨਹੀਂ ਬੁੱਝਦਾ, ਕਿਉਂ ਨਹੀਂ ਸਮਝਦਾ? ਉਹ ਤਤ ਅਸਲੀਅਤ ਕਿਉਂ ਨਹੀਂ ਬੁੱਝੀ ਜਾਂਦੀ ਹੈ, ਕਿਉਂ ਨਹੀਂ ਸਮਝੀ ਜਾਂਦੀ ਹੈ? ਤੇ ਬੁੱਝਣ ਤੋਂ ਬਗੈਰ, ਬੁੱਝਣ ਤੋਂ ਬਿਨਾ ਇਹ ਜੀਵ ਝੋਟਾ ਖਾਂਦਾ ਹੈ। ਇਹ ਝੋਟਾ ਕਿਉਂ ਖਾਂਦਾ ਹੈ, ਸੱਟਾਂ ਕਿਉਂ ਖਾਂਦਾ ਹੈ? ਫਿਰ ਇਹ ਤੱਤ ਨੂੰ ਕਿਵੇਂ ਬੁੱਝ ਲਵੇ? ਜਿਹੜਾ ਨਹੀਂ ਬੁੱਝਿਆ ਜਾਂਦਾ ਤੇ ਉਸ ਤੱਤ ਸਿਧਾਂਤ ਸਰੂਪ ਪਰਮੇਸ਼ਰ ਨੂੰ ਇਹ ਕਿਵੇਂ ਬੁੱਝ ਲਵੇ? ਕਿਉਂਕਿ ਬੁੱਝਣ ਤੋਂ ਬਿਨਾ ਇਸ ਨੂੰ ਚੋਟਾਂ ਖਾਣੀਆਂ ਪੈਂਦੀਆਂ, ਤੇ ਉਹਨਾਂ ਚੋਟਾਂ ਤੋਂ ਇਹ ਕਿਵੇਂ ਬਚ ਸਕੇ? ਜਾਮਦਾਰ ਬਾਟੇ ਕੋਈ ਨਾ ਰੱਖੈ। ਮਹਾਰਾਜ, ਇਹ ਜਮਾਂ ਦੇ ਦਰ ਦੇ ਉੱਤੇ ਜੀਵ ਜੋ ਬੱਧਾ ਹੋਇਆ ਜਾਂਦਾ ਹੈ, ਇਹਦੀ ਫਿਰ ਕੋਈ ਰਾਖੀ ਨਹੀਂ ਕਰਦਾ। ਇਹਦੀ ਰਾਖੀ ਕਿਵੇਂ ਹੋਵੇ? ਜਮਾਂ ਦੇ ਬੰਧਨ ਤੋਂ ਇਹ ਕਿਵੇਂ ਛੁੱਟ ਸਕੇ? ਤਿੰਨ ਸ਼ਬਦੈ ਨਾਹੀ ਮਤ ਸਾਖੈ। ਤੇ ਬਿਨਾਂ ਸ਼ਬਦ ਤੋਂ ਇਸ ਜੀਵ ਦੀ, ਜੋ ਆਪ ਜੀ ਨੇ ਆਖਿਆ, ਇੱਕ ਪਤ ਨਹੀਂ ਰਹਿੰਦੀ ਹੈ ਲੋਕ ਦੇ ਵਿੱਚ, ਸੱਖ ਹੈ, ਪਤ ਨਹੀਂ ਰਹਿੰਦੀ ਹੈ ਪਰਲੋਕ ਦੇ ਵਿੱਚ, ਜਾਂ ਸੱਖ ਹੈ, ਇਸ ਦਾ ਇਤਬਾਰ ਨਹੀਂ ਰਹਿੰਦਾ ਹੈ। ਇਹ ਇਤਬਾਰ ਤੋਂ ਬਿਨਾਂ ਹੋ ਜਾਂਦਾ ਹੈ, ਬਿਨਾਂ ਸ਼ਬਦ ਤੋਂ। ਇਹ ਸ਼ਬਦ ਨਾਲ ਕਿਵੇਂ ਜੁੜੇ? ਤੇ ਇਹ ਲੋਕ ਤੇ ਪ੍ਰਲੋਕ ਤੇ ਇੱਜ਼ਤ ਆਬਰੂ ਵਾਲਾ ਕਿਵੇਂ ਬਣੇ, ਇਤਬਾਰ ਵਾਲਾ ਕਿਵੇਂ ਬਣੇ? ਕਿਉ ਕਰ ਬੂਝੈ ਪਾਵੈ ਪਾਰ। ਇਸ ਉਪਦੇਸ਼ ਨੂੰ ਅਥਵਾ ਪਰਮੇਸ਼ਰ ਵਾਹਿਗੁਰੂ ਜੀ ਨੂੰ ਕਿਵੇਂ ਕਰਕੇ ਬੁੱਝੇ, ਕਿਵੇਂ ਕਰਕੇ ਸਮਝੇ, ਤੇ ਕਿਵੇਂ ਮਹਾਰਾਜ ਇਹ ਸੰਸਾਰ ਭੌਜਲ ਤੋਂ ਪਾਰ ਹੋਵੇ? ਨਾਨਕ ਮਨ ਮੁਖ ਨਾ ਬੁਝੈ ਤਵਾਰ। ਮਹਾਰਾਜ ਕਹਿੰਦੇ ਵੀ ਸਿੱਧੋ ਗੱਲ ਇਹ ਆ, ਇਹ ਜਿੰਨੇ ਤੁਸੀਂ ਸਵਾਲ ਕੀਤੇ ਆ ਨਾ, ਇਹਨਾਂ ਦਾ ਉੱਤਰ ਇੱਕੋ ਹੀ ਆ। ਨਾਨਕ ਪਦ ਤੇ ਲੱਗ ਜਾਂਦਾ ਏ ਯਮ ਵਿਸਰਾਮ, ਇੱਥੇ ਠਹਿਰਾਓ ਦੇ ਕੇ। ਨਾਨਕ ਮਨਮੁਖ ਨਾ ਬੁੱਝੈ ਗਵਾਰ। ਮਹਾਰਾਜ ਕਹਿੰਦੇ ਸਾਰੇ ਸਵਾਲਾਂ ਦਾ ਉੱਤਰ ਇਹੀ ਆ ਵੀ ਇਹ ਮਨਮੁਖਤਾ ਹੀ ਕਰਕੇ ਗਵਾਰ, ਮੂਰਖ ਬਣ ਗਿਆ ਬੰਦਾ, ਜੀਵ, ਇਸ ਕਰਕੇ ਨਹੀਂ ਬੁੱਝਦਾ। ਜਿੰਨੇ ਤੁਸੀਂ ਸਵਾਲ ਕੀਤੇ ਸਾਰੇ ਇਹਦੇ ਸਮਝ 'ਚ ਤਾਂ ਨਹੀਂ ਆਉਂਦੇ। ਸਾਰੇ ਸਵਾਲਾਂ ਦਾ ਮਹਾਰਾਜ ਬਾਬਾ ਜੀ ਕਹਿੰਦੇ ਇੱਕੋ ਹੀ ਉੱਤਰ ਆ, ਸਿੱਧੋ ਆ। ਤੇ ਜੇ ਵੱਖਰਾ ਵੱਖਰਾ ਲੈਣਾ ਚਾਹੁੰਦੇ ਤੇ ਕੱਲੇ ਕੱਲੇ ਦਾ ਉੱਤਰ ਵੀ ਦੇ ਦਿੰਨੇ ਆ।
ਜੇ ਕੱਲੇ ਕੱਲੇ ਸਵਾਲ ਦਾ ਜਵਾਬ ਲੈਣਾ ਤੇ ਮਹਾਰਾਜ ਕਹਿੰਦੇ ਉਹ ਵੀ ਦੇ ਦਿੰਨੇ ਆ। ਬਾਕੀ ਜਿੰਨੇ ਤੁਸੀਂ ਸਵਾਲ ਕੀਤੇ ਆ, ਇਹਨਾਂ ਸਾਰਿਆਂ ਸਵਾਲਾਂ ਦਾ ਆ ਇੱਕੋ ਹੀ ਉੱਤਰ ਵਾ ਵੀ ਜੀਵ ਬਣ ਗਿਆ ਮਨਮੁਖ, ਤੇ ਇਸ ਕਰਕੇ ਮਨਮੁਖ ਕਰਕੇ ਨਹੀਂ ਬੁੱਝਦਾ, ਇਹ ਗਵਾਰ ਬਣ ਗਿਆ ਬੇਸਮਝ। ਗਵਾਰ ਦਾ ਅਰਥ ਮੂਰਖ ਹੁੰਦਾ, ਤੇ ਮੂਰਖ ਦਾ ਅਰਥ ਬੇਸਮਝ ਹੁੰਦਾ। ਨਾਨਕ ਮਨਮੁਖ ਨਾ ਬੁੱਝੈ ਗਵਾਰ। ਤੇ ਜੇ ਸਿੱਧਾ ਕਹਿ ਦਈਏ ਨਾਨਕ ਮਨਮੁਖ, ਫਿਰ ਅਰਥ ਹੋਰ ਬਣ ਜਾਂਦਾ, ਫਿਰ ਉਹ ਮਹਾਰਾਜ ਨਾਲ ਜੁੜ ਜਾਂਦਾ। ਤੇ ਗੁਰੂ ਸਾਹਿਬ ਤਾਂ ਜਿਹਦੇ ਉੱਤੇ ਆਪਣੀ ਮਿਹਰ ਦੀ ਦ੍ਰਿਸ਼ਟੀ ਪਾ ਦਿੰਦੇ, ਉਹਨੂੰ ਮਨਮੁਖ ਤੋਂ ਗੁਰਮੁਖ ਬਣਾ ਦਿੰਦੇ, ਸਨਮੁਖ ਬਣਾ ਦਿੰਦੇ। ਨਾਨਕ ਮਨਮੁਖ ਨਾ ਬੁੱਝੈ ਗਵਾਰ। ਮਹਾਰਾਜ ਕਹਿੰਦੇ ਇਹਨਾਂ ਸਾਰੇ ਸਵਾਲਾਂ ਦਾ ਇਹੀ ਜਵਾਬ ਆ ਵੀ ਇਹ ਮਨਮੁਖਤਾਈ ਕਰਕੇ ਨਹੀਂ ਬੁੱਝਦਾ। ਇਹ ਤੱਤ ਨੂੰ, ਸਿਧਾਂਤ ਨੂੰ, ਅਸਲੀਅਤ ਨੂੰ ਮਨਮੁਖਤਾਈ ਕਰਕੇ ਇਹ ਜਮਾਂ ਦੇ ਦਰ ਤੇ ਵੱਜਾ ਹੋਇਆ ਜਾਂਦਾ। ਮਨਮੁਖਤਾਈ ਕਰਕੇ ਇਹ ਚੋਟਾਂ ਖਾਂਦਾ। ਮਨਮੁਖਤਾਈ ਕਰਕੇ ਹੀ ਇਹ ਖੋਟੀ ਬੁੱਧੀ ਇਹਨੇ ਧਾਰਨ ਕੀਤੀ ਹੋਈ ਹੈ। ਮਨਮੁਖਤਾਈ ਕਰਕੇ ਇਹਨੂੰ ਇੱਜ਼ਤ ਨਹੀਂ ਮਿਲਦੀ, ਨਾ ਲੋਕ ਵਿੱਚ ਨਾ ਪਰਲੋਕ ਵਿੱਚ। ਮਨਮੁਖਤਾਈ ਕਰਕੇ ਇਹ ਪਰਮੇਸ਼ਰ ਨੂੰ ਨਹੀਂ ਸਮਝ ਸਕਦਾ। ਮਨਮੁਖਤਾਈ ਕਰਕੇ ਇਹ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋ ਸਕਦਾ। ਇਹ ਸਾਰਿਆਂ ਦਾ ਇੱਕੋ ਹੀ ਨਿਚੋੜ ਆ ਵੀ ਇਹ ਮਨਮੁਖ ਬਣ ਗਿਆ। ਨਾਨਕ ਮਨਮੁਖ ਨਾ ਬੁੱਝੈ ਗਵਾਰ। ਇਸ ਕਰਕੇ ਗਵਾਰ ਹੈ, ਬੇਸਮਝ ਹੈ, ਇਹ ਬੁੱਝਦਾ ਨਹੀਂ ਹੈ ਪਰਮੇਸ਼ਰ ਵਾਹਿਗੁਰੂ ਜੀ ਦੇ ਤਾਈਂ। ਤੇ ਅੱਗੇ ਜੇ ਕੱਲੇ ਕੱਲੇ ਸਵਾਲ ਦਾ ਉੱਤਰ ਲੈਣਾ ਤੇ ਮਹਾਰਾਜ ਕਹਿੰਦੇ ਹੋਰ ਸੁਣੋ। ਬੁੱਧ ਮਿਟੈ ਗੁਰ ਸ਼ਬਦ ਬੀਜਾਰ। ਪਹਿਲਾ ਸਵਾਲ ਸਿੱਧਾਂ ਦਾ ਸੀ ਕਿ ਕਬੁੱਧ ਕਿਵੇਂ ਦੂਰ ਹੋਵੇ। ਕਬੁੱਧ ਚਵਾਵੈ ਸੋ ਕਿਤ ਠਾਏ। ਉਹ ਕਿਹੜੀ ਥਾਂ, ਕਿਹੜਾ ਟਿਕਾਣਾ ਹੈ, ਕਿੱਥੇ ਜਾਈਏ ਕਿ ਸਾਡੀ ਖੋਟੀ ਬੁੱਧੀ ਦੂਰ ਹੋ ਜਾਵੇ। ਤੇ ਮਹਾਰਾਜ ਸਾਹਿਬ ਹੁਣ ਦੱਸਦੇ ਕਬੁੱਧ ਮਿਟੇ। ਜਿਹੜੀ ਖੋਟੀ ਬੁੱਧੀ ਹੈ ਇਹ ਮਿਟ ਜਾਂਦੀ ਹੈ ਗੁਰ ਸ਼ਬਦ ਵਿਚਾਰ। ਉਹ ਥਾਂ ਹੈ ਗੁਰੂ ਦਾ। ਉਹਨਾਂ ਕਹੀ ਨਾ ਸੋ ਕਿਤ ਠਾਏ। ਉਹ ਕਿਹੜਾ ਥਾਂ ਟਿਕਾਣਾ ਹੈ ਜੀ ਜਿੱਥੇ ਜਾ ਕੇ ਸਾਡੀ ਖੋਟੀ ਬੁੱਧੀ ਦੂਰ ਹੋ ਜਾਵੇ। ਮਹਾਰਾਜ ਕਹਿੰਦੇ ਉਹ ਥਾਂ ਹੈ ਗੁਰੂ। ਪੂਰੇ ਗੁਰੂ ਦੀ ਸ਼ਰਨ ਵਿੱਚ ਪੈ ਜਾਈਏ ਤੇ ਗੁਰੂ ਕੇ ਸ਼ਬਦ ਨੂੰ ਗ੍ਰਹਿਣ ਕਰਕੇ, ਉਪਦੇਸ਼ ਨੂੰ ਧਾਰਨ ਕਰਕੇ ਉਪਦੇਸ਼ ਦੀ ਵਿਚਾਰ ਕਰੀਏ। ਗੁਰੂ ਉਪਦੇਸ਼ ਦੀ ਵਿਚਾਰ ਕਰਾਂਗੇ ਤਾਂ ਫਿਰ ਖੋਟੀ ਬੁੱਧੀ ਜਿਹੜੀ ਹੈ ਮਿਟ ਜਾਵੇ, ਜੋ ਹਰ ਵੇਲੇ ਭੈੜਾ ਸੋਚਦੀ ਹੈ, ਭੈੜਾ ਵਿਚਾਰਦੀ ਹੈ, ਜਿਹਦੇ ਵਿੱਚ ਭੈੜੇ ਫੁਰਨੇ ਚੱਲਦੇ ਰਹਿੰਦੇ। ਇਹ ਗੁਰੂ ਕੇ ਸ਼ਬਦ ਦੀ ਵਿਚਾਰ ਦੁਆਰਾ ਖੋਟੀ ਬੁੱਧੀ ਦੂਰ ਹੋਵੇ। ਹਰਿਦੁਆਰ ਵੀ ਮਹਾਰਾਜ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਸੀ। ਜਾ ਜਦੋਂ ਪੰਡਤਾਂ ਨੇ, ਬ੍ਰਾਹਮਣਾਂ ਨੇ ਆਖਿਆ ਸੀ ਕਿ ਮਹਾਰਾਜ ਅਸੀਂ ਆਪ ਜੀ ਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦੇ ਹਾਂ। ਸਤਿਗੁਰੂ ਕਹਿੰਦੇ ਵੀ ਜੇ ਪਵਿੱਤਰ ਹੋਇਆ ਫਿਰ ਛਕਾਂਗੇ, ਜੇ ਭਿੱਟਿਆ ਗਿਆ ਫਿਰ ਨਹੀਂ ਛਕਣਾ। ਉਹਨਾਂ ਆਖਿਆ ਜੀ ਸਾਡਾ ਬ੍ਰਾਹਮਣਾਂ ਦਾ ਲੰਗਰ ਕਿਵੇਂ ਭਿੱਟਿਆ ਜਾ ਸਕਦਾ। ਅਸਲ ਵਿੱਚ ਇਹ ਮਹਾਰਾਜ ਸਾਹਿਬ ਦਾ ਕਟਾਕਸ਼ ਸੀ, ਕਿਉਂਕਿ ਇਹ ਬ੍ਰਾਹਮਣ ਹੀ ਕਹਿੰਦੇ ਸੀ ਵੀ ਕਿਸੇ ਦਾ ਪ੍ਰਸ਼ਾਵਾ ਆਉਣ ਨਾਲ ਹੀ ਲੰਗਰ ਭਿੱਟਿਆ ਜਾਂਦਾ, ਚੌਂਕਾ ਭਿੱਟਿਆ ਜਾਂਦਾ, ਅਸੀਂ ਭਿੱਟੇ ਜਾਂਦੇ, ਸਾਡਾ ਇਸ਼ਨਾਨ ਕੀਤਾ ਭਿੱਟਿਆ ਜਾਂਦਾ, ਸਾਡੇ ਕੱਪੜੇ ਭਿੱਟੇ ਜਾਂਦੇ ਆ। ਤੇ ਮਹਾਰਾਜ ਸਾਹਿਬ ਜੀ ਨੇ ਜਿਸ ਨੂੰ ਉਪਦੇਸ਼ ਦਿੱਤਾ ਨਾ ਉਹਦੇ ਤਰੀਕੇ ਨਾਲ ਹੀ ਦਿੱਤਾ। ਜਿਹੜਾ ਉਹ ਤਰੀਕਾ ਉਹ ਆਪ ਵਰਤਦਾ ਹੈ ਨਾ, ਉਹਦੇ ਤਰੀਕੇ ਨਾਲ ਹੀ ਉਹਨੂੰ ਉਪਦੇਸ਼ ਦਿੱਤਾ ਮਹਾਰਾਜ ਸਾਹਿਬ। ਰਾਜੇ ਦੇ ਰਾਜ ਭਾਗ ਚੋਂ ਹੀ ਉਹਨੂੰ ਉਪਦੇਸ਼ ਦਿੱਤਾ, ਵੈਦ ਦੀ ਵੈਦਗੀ ਵਿੱਚੋਂ ਹੀ ਉਹਨੂੰ ਉਪਦੇਸ਼ ਦੇ ਦਿੱਤਾ, ਵਿਦਵਾਨ ਦੀ ਵਿਦਵਤਾ ਵਿੱਚੋਂ ਹੀ ਉਸ ਨੂੰ ਉਪਦੇਸ਼ ਦਿੱਤਾ। ਜੇ ਕੋਈ ਜਨੇਊ ਪਾਉਣ ਵਾਸਤੇ ਆਇਆ ਤੇ ਜਨੇਊ ਪਾਉਣ ਵਾਲੇ ਦੇ ਜਨੇਊ ਚੋਂ ਹੀ ਉਹਨੂੰ ਉਪਦੇਸ਼ ਦੇ ਦਿੱਤਾ। ਇਸ ਕਰਕੇ ਬ੍ਰਾਹਮਣ ਜਿਹੜੇ ਸੁੱਚ ਭਿੱਟ ਦੀ ਵਿਚਾਰ ਕਰਦੇ ਸੀ, ਸੁਚਮਤਾ ਰੱਖਣੀ ਗੁਰੂ ਘਰ ਦਾ ਵੀ ਸਿਧਾਂਤ ਵਾ। ਸੱਚ ਤੇ ਸੁੱਚ ਦੇ ਧਾਰਨੀ ਹੋਣਾ ਇਹ ਮਹਾਰਾਜ ਦੇ ਘਰ ਦਾ ਵੀ ਸਿਧਾਂਤ ਆ। ਝੂਠ ਝੂਠ ਦਾ ਤਿਆਗ ਕਰਨਾ, ਪਰ ਸੁਚਮਤਾ ਦੇ ਨਾਂ ਦੇ ਉੱਤੇ ਘਿਰਣਾ ਕਰਨੀ ਦੂਜੇ ਦੇ ਨਾਲ, ਸੁਚਮਤਾ ਦੇ ਨਾਂ ਦੇ ਉੱਤੇ ਕਹਿ ਦੇਣਾ ਵੀ ਕਿਸੇ ਦਾ ਪਰਛਾਵਾਂ ਆ ਕੇ ਅਸੀਂ ਭਿੱਟੇ ਜਾਂਦੇ ਆ। ਫਿਰ ਮਹਾਰਾਜ ਕਹਿੰਦੇ ਇਸ ਤਰ੍ਹਾਂ ਤੇ ਨਹੀਂ ਨਾ ਗੱਲ ਬਣਦੀ। ਤਾਂ ਉਹ ਬ੍ਰਾਹਮਣ ਜਿਹੜੇ ਇਸ ਤਰ੍ਹਾਂ ਦੀ ਵਿਚਾਰ ਕਰਦੇ ਸੀ, ਦੂਸਰਿਆਂ ਨੂੰ ਸ਼ੂਦਰ ਕਹਿੰਦੇ ਸੀ। ਹੁਣ ਜਦੋਂ ਉਹਨਾਂ ਨੇ ਆਖਿਆ ਮਹਾਰਾਜ ਵੀ ਅਸੀਂ ਆਪ ਜੀ ਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦੇ ਹਾਂ, ਤੇ ਸਤਿਗੁਰੂ ਕਹਿੰਦੇ ਛਕਾਂਗੇ, ਪਰ ਤਾਂ ਛਕਾਂਗੇ ਜੇ ਪਵਿੱਤਰ ਹੋਇਆ।
ਜੇ ਭਿੱਟਿਆ ਗਿਆ ਫਿਰ ਨਹੀਂ ਛਕਣਾ। ਜਦੋਂ ਲੈ ਕੇ ਚਲੇ ਗਏ ਚੌਂਕੇ ਦੇ ਵਿੱਚ ਲਕੀਰਾਂ ਕੱਢੀਆਂ ਹੋਈਆਂ, ਵਿੱਚ ਮਹਾਰਾਜ ਸਾਹਿਬ ਜੀ ਨੂੰ ਬਿਠਾਇਆ, ਭਾਈ ਬਾਲਾ ਜੀ, ਮਰਦਾਨਾ ਜੀ ਮਹਾਰਾਜ ਦੇ ਨਾਲ। ਜਦੋਂ ਲਿਆਉਣ ਲੱਗੇ ਨਾ ਲੰਗਰ ਪਾਣੀ, ਤੇ ਸਤਿਗੁਰੂ ਕਹਿੰਦੇ ਇਹ ਤਾਂ ਭਿੱਟਿਆ ਗਿਆ, ਇਹ ਤਾਂ ਪਵਿੱਤਰ ਹੋਇਆ ਪਿਆ ਤੁਹਾਡਾ ਪ੍ਰਸ਼ਾਦਾ ਪਾਣੀ, ਤੁਹਾਡਾ ਲੰਗਰ, ਸਾਡੇ ਛਕਣ ਯੋਗ ਹੀ ਨਹੀਂ। ਕਹਿੰਦੇ ਜੀ ਸਾਡਾ ਬ੍ਰਾਹਮਣਾਂ ਦਾ ਲੰਗਰ ਕਿਵੇਂ ਭਿੱਟਿਆ ਗਿਆ ਭਲਾ? ਸਤਿਗੁਰੂ ਕਹਿੰਦੇ ਤੁਸੀਂ ਕਿਹੜੇ ਬ੍ਰਾਹਮਣ ਜੇ? ਕਹਿੰਦੇ ਜੀ ਅਸੀਂ ਬ੍ਰਾਹਮਣ ਆ। ਮਹਾਰਾਜ ਕਹਿੰਦੇ ਤੁਹਾਡੇ ਇੱਕ ਇੱਕ ਦੇ ਅੰਦਰ 4-4 ਨੀਵੀਆਂ ਜਾਤਾਂ ਬੈਠੀਆਂ ਹੋਈਆਂ, ਤੁਸੀਂ ਤੇ ਬਾਹਰੋਂ ਨੀਵੀਆਂ ਜਾਤਾਂ ਦੇ ਨਾਲ ਵਿਤਕਰਾ ਕਰਦੇ ਜੇ ਨਾ। ਅਸੀਂ ਬਾਹਰੋਂ ਨਹੀਂ ਕਿਸੇ ਨੂੰ ਨੀਵੀਂ ਜਾਤ ਵਾਲਾ ਕਹਿੰਦੇ, ਅਸੀਂ ਤੇ ਅੰਦਰੋਂ ਵਹਿੰਦੇ ਆ ਵੀ ਅੰਦਰੋਂ ਕਿਹੜਾ ਉੱਚਾ ਤੇ ਕਿਹੜਾ ਨੀਵਾਂ। ਤੁਹਾਡੇ ਇੱਕ ਇੱਕ ਦੇ ਅੰਦਰ 4-4 ਨੀਵੀਆਂ ਜਾਤਾਂ ਸ਼ੂਦਰ ਜਾਤੀਆਂ ਬੈਠੀਆਂ ਪਈਆਂ ਅੰਦਰ ਅੰਦਰ। ਤੁਹਾਡੀ ਬਿਰਤੀ ਇਸ ਤਰ੍ਹਾਂ ਦੀ। ਉੱਥੇ ਮਹਾਰਾਜ ਨੇ ਆਖਿਆ ਸੀ ਕਬੁੱਧ ਡੂਮਣੀ ਉਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆਸੀਏ, ਜਾਂ ਚਾਰੇ ਬੈਠੀਆਂ ਨਾਲ, 4 ਬੈਠੀਆਂ ਹੋਈਆਂ ਤੁਹਾਡੇ ਨਾਲ। ਜਿੰਨੀਆਂ ਮਰਜ਼ੀ ਪੰਡਤੋਂ ਬਾਹਰੋਂ ਨਹਾਈ ਧੋਈ ਜਾਓ, ਲੱਕੜਾਂ ਧੋ ਧੋ ਕੇ ਸੁਕਾ ਕੇ ਫਿਰ ਬਾਲੀ ਜਾਓ, ਤੇ ਜਿੰਨੇ ਮਰਜ਼ੀ ਟੁੱਬੀਆਂ ਲਾਈ ਜਾਓ ਗੰਗਾ ਦੇ ਵਿੱਚ, ਤੁਹਾਡੇ ਅੰਦਰ ਇਹ 4 ਨੀਵੀਆਂ ਜਾਤਾਂ ਬੈਠੀਆਂ। ਮਹਾਰਾਜ ਕਹਿੰਦੇ ਬਾਹਰੋਂ ਨਹੀਂ ਕੋਈ ਉੱਚਾ ਨੀਵਾਂ, ਉਹੀ ਉੱਚਾ ਨੀਵਾਂ ਜਿਹਦੇ ਕਰਮ ਉੱਚੇ ਨੀਵੇਂ, ਕਰਮਾਂ ਕਰਕੇ ਜਿਹੋ ਜੀ ਜੀਵ ਦੀ ਕਰਨੀ। ਸਤਿਗੁਰੂ ਕਹਿੰਦੇ ਕਬੁੱਧ ਡੂਮਣੀ, ਜਿਹੜੀ ਖੋਟੀ ਬੁੱਧੀ ਹੈ ਨਾ ਤੁਹਾਡੇ ਅੰਦਰ, ਭੈੜਾ ਨਿਰਣਾ ਕਰਦੀ ਹੈ। ਆਪਣੇ ਆਪ ਨੂੰ ਹੀ ਤੁਸੀਂ 4 ਯੁੱਗਾਂ ਦੇ ਗੁਰੂ ਬਣਾਈ ਫਿਰਦੇ ਹੋ ਵੀ ਅਸੀਂ ਬ੍ਰਾਹਮਣ ਹੀ ਸਾਰਿਆਂ ਦੇ ਗੁਰੂ ਆ, ਬਾਕੀ ਸਾਰੇ ਸਾਡੇ ਚੇਲੇ ਹੀ ਆ। ਇਹ ਖੋਟੀ ਬੁੱਢੀ ਜਿਹੜੀ ਹੈ ਨਾ, ਖੋਟਾ ਵਿਚਾਰ ਕਰਨ ਵਾਲੀ, ਇਹ ਡੂਮਣੀ ਮਰਾਸਨ ਬੈਠੀ ਹੋਈ ਹੈ, ਮਰਾਸੀ ਦੇ ਘਰ ਵਾਲੀ ਤੁਹਾਡੇ ਅੰਦਰ ਅੰਦਰ ਬੈਠੀ। ਬਾਹਰੋਂ ਨਹੀਂ ਮਾਰੇ ਕਹਿੰਦੇ ਕੋਈ ਮਰਾਸੀ ਮਰਾਸਨ, ਤੁਹਾਡੇ ਅੰਦਰ ਇਹ ਮਰਾਸਨ ਬੈਠੀ ਹੋਈ ਆ, ਮਰਾਸੀ ਨੂੰ ਜਨਮ ਦੇਣ ਵਾਲੀ। ਕਬੁੱਧ ਡੂਮਣੀ ਕੁਦਇਆ ਕਸਾਇਣ, ਬਾਹਰੋਂ ਵਿਖਾਵਾ ਦਇਆ ਦਾ ਕਰਦੇ ਹੋ, ਪਰ ਦਇਆ ਤੁਹਾਡੇ ਅੰਦਰ ਹੈ ਨਹੀਂ, ਖੋਟੀ ਦਇਆ ਹੈ ਤੁਹਾਡੀ। ਕੱਕੇ ਅੱਖਰ ਹੀ ਆਉਂਦੇ ਨਾ ਪਹਿਲਾਂ, ਕਬੁੱਧ ਡੂਮਣੀ, ਫਿਰ ਕੁਦਇਆ ਕਸਾਇਣ। ਇਹ ਕਸਾਇਣ ਕਸਾਈ ਦੇ ਘਰ ਵਾਲੀ, ਕਸਾਇਣ ਬੈਠੀ ਹੋਈ ਤੁਹਾਡੇ ਅੰਦਰ, ਖੋਟੀ ਦਇਆ। ਨਾਲੇ ਗੰਗਾ ਮਈਆ ਦੀ ਪੂਜਾ ਕਰਦੇ ਹੋ, ਨਾਲੇ ਉਹਦੇ 'ਚ ਇਸ਼ਨਾਨ ਕਰਦੇ ਹੋ, ਉਹਦੇ ਵਿੱਚੋਂ ਹੀ ਮੱਛੀਆਂ ਫੜ ਕੇ ਜਲ ਤੋਰੀਆਂ ਕਹਿ ਕੇ ਤੜਕਾ ਲਾ ਲੈਂਦੇ ਹੋ, ਨਾਂ ਬਦਲ ਕੇ ਖਾਈ ਜਾਂਦੇ ਹੋ। ਇਹ ਕੁਦਇਆ ਕਸਾਇਣ, ਇਹ ਖੋਟੀ ਦਇਆ ਤੁਹਾਡੇ ਅੰਦਰ। ਇਹ ਕਸਾਈ ਪੁਣਾ, ਕਸਾਈ ਦੇ ਘਰ ਵਾਲੀ ਕਸਾਇਣ ਬੈਠੀ ਪੰਡਤੋ, ਤੁਹਾਡੇ ਅੰਦਰ ਬੈਠੀ ਕਸਾਇਣ। ਤੁਹਾਡੀ ਬਿਰਤੀ ਕਸਾਈ ਬਣੀ ਹੋਈ ਹੈ, ਕਸਾਈ ਦੇ ਘਰ ਵਾਲੀ ਕਸਾਇਣ। ਪਰ ਨਿੰਦਾ ਘਟ ਚੂਹੜੀ, ਪਰਾਈ ਨਿੰਦਾ ਕਰਦੇ ਹੋਏ ਤੁਹਾਡੇ ਘਟ ਹਿਰਦੇ ਦੇ ਵਿੱਚ ਭੰਗਣ ਬੈਠੀ ਹੋਈ ਹੈ, ਭੰਗਣ। ਮੁੱਠੀ ਕ੍ਰੋਧ ਚੰਡਾਲ, ਜਿਹੜੀ ਕ੍ਰੋਧ ਵਾਲੀ ਬਿਰਤੀ ਬਣਾਈ ਹੋਈ ਹੈ ਨਾ, ਹਰ ਇੱਕ ਨੂੰ ਟੁੱਟ ਕੇ ਪੈ ਜਾਂਦੇ ਹੋ। ਆਪਣੇ ਆਪ ਨੂੰ ਉੱਚਾ ਸਮਝਦੇ ਹੋ, ਬਾਕੀ ਸਾਰਿਆਂ ਨੂੰ ਨੀਵੇਂ ਸਮਝਦੇ ਹੋ। ਆਪਣੇ ਆਪ ਨੂੰ ਹੀ ਵਿਦਵਾਨ ਸਮਝਦੇ ਹੋ, ਬਾਕੀਆਂ ਨੂੰ ਅਨਪੜ੍ਹ ਸਮਝਦੇ ਹੋ, ਗਵਾਰ ਸਮਝਦੇ ਹੋ। ਮੁੱਠੀ ਕ੍ਰੋਧ ਚੰਡਾਲ, ਇਹ ਕ੍ਰੋਧ ਨਾਲ ਜਿਹੜੀ ਮੁੱਠੀ ਲੁੱਟੀ ਹੋਈ ਹੈ ਨਾ, ਠੱਗੀ ਹੋਈ ਹੈ ਤੁਹਾਡੀ ਬਿਰਤੀ, ਇਹ ਚੰਡਾਲਣੀ ਬੈਠੀ ਹੋਈ ਹੈ, ਚੰਡਾਲ ਦੇ ਘਰ ਵਾਲੀ ਚੰਡਾਲਣੀ ਤੁਹਾਡੇ ਅੰਦਰ। ਪੰਡਤੋ ਬ੍ਰਾਹਮਣੋ ਦੱਸੋ, ਇਹ 4 ਅੰਦਰ ਬੈਠੀਆਂ ਕਿ ਨਹੀਂ ਬੈਠੀਆਂ ਤੁਹਾਡੇ? ਕਹਿੰਦੇ ਮਹਾਰਾਜ ਇਸ ਤਰ੍ਹਾਂ ਦੀ ਹਾਲਤ ਹੀ ਆ ਸਾਡੀ ਅੰਦਰੋਂ। ਤੁਸੀਂ ਸਾਰਾ ਕੁਝ ਮਹਾਰਾਜ ਸਾਡੇ ਅੰਦਰ ਦਾ ਦੱਸ ਦਿੱਤਾ, ਸਾਡੇ ਅੰਦਰ ਦੀ ਹਾਲਤ ਇਸੇ ਤਰ੍ਹਾਂ ਹੀ ਹੈ। ਤੇ ਸਤਿਗੁਰੂ ਕਹਿੰਦੇ ਜੇ ਅੰਦਰੋਂ ਇਸ ਤਰ੍ਹਾਂ ਦੀ ਮੈਲੀ ਬਿਰਤੀ ਧਾਰਨ ਕੀਤੀ ਤੇ ਬਾਹਰੋਂ ਜਿੰਨਾ ਮਰਜ਼ੀ ਨਹਾਈ ਜਾਓ। ਇਹ ਤੁਹਾਡੇ ਅੰਦਰ ਜਿਹੜਾ ਇਹ ਨੀਵਾਂਪਣ ਬੈਠਾ, ਉਹਦੇ ਕਰਕੇ ਲੰਗਰ ਭਿੱਟਿਆ ਗਿਆ। ਤੁਸੀਂ ਅੰਦਰੋਂ ਬ੍ਰਾਹਮਣ ਨਹੀਂ ਹੋ, ਬਾਹਰੋਂ ਜਾਤੀ ਕਰਕੇ ਤੁਸੀਂ ਕਹਿੰਦੇ ਹੋ ਕਿ ਅਸੀਂ ਬ੍ਰਾਹਮਣਾਂ ਦੇ ਘਰੇ ਪੈਦਾ ਹੋਏ ਆ ਤੇ ਅਸੀਂ ਬ੍ਰਾਹਮਣ ਆ। ਤੇ ਸਤਿਗੁਰੂ ਕਹਿੰਦੇ ਕੋਈ ਬ੍ਰਾਹਮਣਾਂ ਦੇ ਘਰੇ ਪੈਦਾ ਹੋਣ ਕਰਕੇ ਬ੍ਰਾਹਮਣ ਨਹੀਂ ਹੁੰਦਾ ਜਿੰਨਾ ਚਿਰ ਉਹਦੀ ਬਿਰਤੀ ਬ੍ਰਾਹਮਣ ਨਾਲ ਨਹੀਂ ਜੁੜਦੀ, ਜਿੰਨਾ ਚਿਰ ਉਹ ਅੰਦਰੋਂ ਬ੍ਰਾਹਮਣ ਨਹੀਂ ਬਣਦਾ। ਭਗਤ ਕਬੀਰ ਸਾਹਿਬ ਜੀ ਨੇ ਵੀ ਐਸਾ ਹੀ ਆਖਿਆ ਸੀ। ਭਗਤ ਜੀ ਨੇ ਆਖਿਆ ਸੀ ਕਿ ਬ੍ਰਾਹਮਣਾ ਤੂੰ ਵਾਰ-ਵਾਰ ਕਹੀ ਜਾਂਦਾ ਮੈਂ ਬ੍ਰਾਹਮਣ, ਮੈਂ ਬ੍ਰਾਹਮਣ। ਕਹਿੰਦੇ ਤੁਮ ਕਤ ਬ੍ਰਾਹਮਣ ਹਮ ਕਤ ਸੂਦ,
ਤੂੰ ਕਿਵੇਂ ਬ੍ਰਾਹਮਣ ਹੋ ਗਿਆ ਤੇ ਮੈਂ ਕਿਵੇਂ ਸ਼ੂਦਰ ਹੋ ਗਿਆ? ਹਮ ਕਤ ਲੋਹੂ ਤੁਮ ਕਤ ਦੂਧ, ਮੇਰੇ ਵਿੱਚ ਦੱਸ ਖੂਨ ਭਰਿਆ ਤੇ ਬ੍ਰਾਹਮਣਾ ਤੇਰੇ 'ਚ ਦੁੱਧ ਭਰਿਆ ਭਣਾ, ਲਿਆ ਕੱਢ ਕੇ ਵਿਖਾ ਹਾਂ ਆਪਣਾ। ਪੰਜਾਂ ਤੱਤਾਂ ਦਾ ਹੀ ਤੇਰਾ ਸਰੀਰ, ਪੰਜਾਂ ਦਾ ਹੀ ਮੇਰਾ, ਉਹੋ ਹੀ ਹੱਥ ਪੈਰ ਤੇਰੇ ਲੱਗੇ, ਉਸੇ ਤਰ੍ਹਾਂ ਹੀ ਮੇਰੇ ਸਾਰਾ ਕੁਝ ਲੱਗਾ। ਤੇ ਜਿਵੇਂ ਤੇਰਾ ਜਨਮ ਹੋਇਆ ਉਵੇਂ ਮੇਰਾ ਹੋਇਆ, ਮੇਰੇ ਵਾਂਗੂ ਤੂੰ ਪੈਦਾ ਹੋਇਆ ਕਿ ਤੂੰ ਹੋਰ ਕਿਸੇ ਤਰੀਕੇ ਨਾਲ ਹੋਇਆ ਪੈਦਾ? ਭਗਤ ਕਬੀਰ ਸਾਹਿਬ ਜੀ ਤੇ ਫਿਰ ਵੀਰ ਰਸ ਵਿੱਚ ਆ ਕੇ ਸਿੱਧੇ ਵਜਨ ਕਰਦੇ ਕਰਦੇ। ਭਗਤ ਜੀ ਨੇ ਆਖਿਆ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਣ ਬਾਟ ਕਾਹੇ ਨਹੀਂ ਆਇਆ। ਜੇ ਤੂੰ ਕਹਿਣਾ ਵਾ ਵੀ ਮੈਂ ਬ੍ਰਾਹਮਣ ਵਾਂ, ਸਭ ਤੋਂ ਉੱਚਾ ਵਾਂ, ਤੇ ਜਿਵੇਂ ਬਾਕੀ ਸੰਸਾਰ ਆਉਂਦਾ ਸੰਸਾਰ ਤੇ ਉਸੇ ਤਰ੍ਹਾਂ ਤੂੰ ਆਇਆ, ਤੂੰ ਕਿਸੇ ਹੋਰ ਰਾਹ ਤਾਂ ਨਹੀਂ ਆਇਆ। ਤਾਂ ਆਣ ਬਾਟ, ਬਾਟ ਕਹਿੰਦੇ ਰਸਤੇ ਨੂੰ, ਆਣ ਮੈਨੇ ਹੋਰ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ 'ਚ ਬਚਨ ਅੰਕਿਤ ਵਾ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਣ ਬਾਟ ਕਾਹੇ ਨਹੀਂ ਆਇਆ। ਕਹਿੰਦੇ ਹੋਵੇਂਗਾ ਤੂੰ ਲੋਕਾਂ ਦਾ ਗੁਰੂ, ਪਰ ਭਗਤਾਂ ਦਾ ਗੁਰੂ ਨਹੀਂ ਹੈ ਤੂੰ। ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹਿ। ਅਰਜ ਉਰਜ ਕੈ ਪਚਮੂਆ, ਚਾਰੋਂ ਵੇਦੋਂ ਮਾਹੇ। ਫਿਰ ਉਹ ਪੰਡਤ ਬ੍ਰਾਹਮਣ ਹਰਿਦੁਆਰ ਵਾਲੇ ਗੁਰੂ ਬਾਬਾ ਜੀ ਦੀ ਚਰਨ ਸ਼ਰਨ ਵਿੱਚ ਪਏ। ਮਹਾਰਾਜ ਨੇ ਉਪਦੇਸ਼ ਦਿੱਤਾ ਵੀ ਐਵੇਂ ਹਰ ਇੱਕ ਨਾਲ ਘਿਰਨਾ ਨਾ ਕਰਿਆ ਕਰੋ, ਨਫ਼ਰਤ ਨਾ ਕਰਿਆ ਕਰੋ। ਠੀਕ ਆ, ਸੁਚਮਤਾ ਰੱਖਣੀ ਚਾਹੀਦੀ, ਸੁਚਮਤਾ ਰੱਖਣੀ ਮਾੜੀ ਨਹੀਂ, ਪਰ ਸੁਚਮਤਾ ਦੇ ਨਾਂ ਦੇ ਉੱਤੇ ਦੂਜਿਆਂ ਨਾਲ ਘਿਰਨਾ ਕਰਨੀ, ਨਫ਼ਰਤ ਕਰਨੀ, ਇਹ ਵੀ ਚੰਗੀ ਨਹੀਂ। ਪਰਮੇਸ਼ਰ ਦਾ ਸਿਮਰਨ ਕਰੋ। ਮਹਾਰਾਜ ਕਹਿੰਦੇ ਵੀ ਸਿਮਰਨ ਕਰਕੇ, ਭਜਨ ਕਰਕੇ, ਜਿੱਥੇ ਤੁਸੀਂ ਬਾਹਰੋਂ ਇਸ਼ਨਾਨ ਕਰਕੇ ਸੁੱਚੇ ਹੁੰਦੇ ਹੋ, ਉੱਥੇ ਰੱਬ ਦਾ ਨਾਮ ਜਪ ਕੇ ਭਜਨ ਕਰਕੇ ਹਿਰਦੇ ਨੂੰ ਵੀ ਸੁੱਚਾ ਕਰੋ। ਆਸਾ ਕੀ ਵਾਰ 'ਚ ਬਾਬਾ ਜੀ ਦਾ ਬਚਨ ਆਉਂਦਾ, ਗੁਰੂ ਸਾਹਿਬ ਨੇ ਇਸ਼ਨਾਨ ਦਾ ਖੰਡਨ ਨਹੀਂ ਕੀਤਾ। ਮਹਾਰਾਜ ਅੰਮ੍ਰਿਤ ਵੇਲੇ ਹਰ ਰੋਜ਼ ਇਸ਼ਨਾਨ ਆਪ ਸਵਾ ਪਹਿਰ ਦੇ ਤੜਕੇ ਰੋਜ਼ ਕਰਿਆ ਕਰਦੇ। ਗੁਰਸਿੱਖਾਂ ਨੂੰ ਹਰ ਇੱਕ ਥਾਂ ਤੇ ਸੰਸਾਰ ਵਿੱਚ ਵਿਚਰ ਕੇ ਮਹਾਰਾਜ ਨੇ ਆਖਿਆ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ ਭਾਈ, ਪਰ ਇਸ਼ਨਾਨ ਕਰਨ ਤੋਂ ਬਾਅਦ ਨਾਮ ਵੀ ਜਪੋ। ਆਪਣੇ ਤਨ ਨੂੰ ਪਵਿੱਤਰ ਕਰਕੇ ਆਪਣੇ ਹਿਰਦੇ ਨੂੰ ਵੀ ਪਵਿੱਤਰ ਕਰੋ ਨਾਮ ਨਾਲ ਜੋੜ ਕੇ। ਇਸ਼ਨਾਨ ਦਾ ਖੰਡਨ ਨਹੀਂ, ਪਰ ਸਤਿਗੁਰੂ ਕਹਿੰਦੇ ਜੇ ਸਿਰਫ ਬਾਹਰੋਂ ਬਾਹਰੋਂ ਨਹਾ ਲਿਆ ਤੇ ਨਾਮ ਸਿਮਰਨ ਨਾ ਕੀਤਾ, ਭਜਨ ਨਾ ਕੀਤਾ, ਤੇ ਅੰਦਰ ਮੈਲ ਲੱਗੀ ਰਹਿਣੀ ਆ। ਅੰਦਰ ਬਹੁਤਾ ਮੈਲਾ ਹੈ, ਕਈਆਂ ਜਨਮਾਂ ਦੀ ਮੈਲ ਲੱਗੀ ਹੋਈ ਹੈ ਹਿਰਦੇ ਨੂੰ, ਇਹ ਵੀ ਲਾਉਣੀ ਆ। ਸੂਚੇ ਨਾ ਆਖੀਆ ਹੈ ਬਹਿਣ ਜੇ ਪਿੰਡਾ ਧੋਏ, ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਜਿਨ ਮਨ ਵਸਿਆ ਸੋਏ। ਪਿੰਡਾ ਵੀ ਧੋਣਾ, ਪਿੰਡਾ ਧੋਣ ਤੋਂ ਮਨਾ ਨਹੀਂ, ਇਸ਼ਨਾਨ ਕਰਨਾ ਹੈ, ਪਰ ਆਖਿਆ ਵੀ ਹਿਰਦੇ ਨੂੰ ਵੀ ਸੁੱਚਾ ਕਰਨਾ। ਤੇ ਹਿਰਦਾ ਉਦੋਂ ਸੁੱਚਾ ਹੋਣਾ ਜਦੋਂ ਨਾਮ ਨਾਲ ਜੁੜਾਂਗੇ, ਜਦੋਂ ਬਾਣੀ ਨਾਲ ਜੁੜਾਂਗੇ। ਇਸ਼ਨਾਨ ਇਸੇ ਕਰਕੇ ਕਰਨਾ ਵੀ ਇਸ਼ਨਾਨ ਕਰਕੇ ਫਿਰ ਨਾਮ ਜਪ ਸਕੀਏ, ਸਾਵਧਾਨ ਹੋ ਜਾਈਏ, ਆਲਸ ਦੂਰ ਹੋ ਜਾਵੇ, ਸੁਸਤੀ ਦੂਰ ਹੋ ਜਾਵੇ, ਮੈਲ ਦੂਰ ਹੋ ਜਾਵੇ ਸਰੀਰ ਦੀ, ਸਰੀਰ ਪਵਿੱਤਰ ਹੋ ਜਾਵੇ, ਤੇ ਫਿਰ ਮਨ ਨੂੰ ਪਵਿੱਤਰ ਕਰਨ ਵਾਸਤੇ ਨਾਮ ਜਪੀਏ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਇਸ਼ਨਾਨ ਸਿਮਰ ਪ੍ਰਭ ਆਪਣਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਮਨ ਤਨ ਭਏ ਅਰੋਗਾ, ਮਨ ਤਨ ਭਏ ਅਰੋਗਾ। ਤਨ ਭਏ ਅਰੋਗਾ, ਮਨ ਤਨ ਭਏ ਅਰੋਗਾ। ਕੋਟ ਬਿਘਨ ਲਾਥੇ ਪ੍ਰਭ ਸਰਣਾ, ਕੋਟ ਬਿਘਨ ਲਾਥੇ ਪ੍ਰਭ ਸਰਣਾ। ਕੋਟ ਬਿਘਨ ਲਾਥੇ ਪ੍ਰਭ ਸਰਣਾ, ਕੋਟ ਬਿਘਨ ਲਾਥੇ ਪ੍ਰਭ ਸਰਣਾ। ਪ੍ਰਗਟੇ ਭਲੇ ਸੰਜੋਗਾ, ਪ੍ਰਗਟੇ ਭਲੇ ਸੰਜੋਗਾ। ਪ੍ਰਗਟੇ ਭਲੇ ਸੰਜੋਗਾ, ਪ੍ਰਗਟੇ ਭਲੇ ਸੰਜੋਗਾ। ਗਰੀਬ ਨਵਾਜ ਸਾਹਿਬ ਨੇ ਅੰਮ੍ਰਿਤ ਬਾਣੀ 'ਚ ਬਚਨ ਕਹਿ ਕੇ ਇਸ਼ਨਾਨ ਕਰ, ਤੇ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਪ੍ਰਭੂ ਦਾ ਸਿਮਰਨ ਕਰ, ਫਿਰ ਤੇਰਾ ਮਨ ਵੀ ਤੰਦਰੁਸਤ ਹੋ ਜਾਵੇਗਾ, ਤਨ ਵੀ ਤੰਦਰੁਸਤ ਹੋ ਜਾਵੇਗਾ।
ਮਨ ਤਨ ਭਏ ਅਰੋਗਾ। ਕਿਉਂਕਿ ਇਸ਼ਨਾਨ ਤੋਂ ਬਿਨਾ ਬੰਦਾ ਅੱਧਾ ਬਿਮਾਰ ਤੇ ਹੁੰਦਾ ਹੀ ਹੈ ਨਾ। ਪੂਰਾ ਬਿਮਾਰ ਤੇ ਉਹਦਾ ਹੁੰਦਾ ਨਾ ਜਦੋਂ ਤਾਪ ਬੁਖਾਰ ਚੜਿਆ ਹੋਵੇ, ਤੇ ਇਸ਼ਨਾਨ ਨਾ ਕੀਤਾ ਹੋਵੇ ਤੇ ਅੱਧਾ ਬਿਮਾਰ ਤੇ ਹੁੰਦਾ ਹੀ ਆ। ਇਸ਼ਨਾਨ ਕਰ ਲਵੇ ਤੇ ਸਰੀਰ ਸਾਵਧਾਨ ਹੋ ਜਾਂਦਾ, ਸੁਚੇਤ ਹੋ ਜਾਂਦਾ। ਤਾਂ ਸਤਿਗੁਰੂ ਕਹਿੰਦੇ ਫਿਰ ਸਿਮਰਨ ਕਰਨ ਦੇ ਨਾਲ ਮਨ ਵੀ ਤੰਦਰੁਸਤ ਹੋ ਜਾਵੇਗਾ। ਇਸ਼ਨਾਨ ਕਰਨ ਦੀ ਵੀ ਆਗਿਆ ਗੁਰੂ ਸਾਹਿਬ ਜੀ। ਤਾਂ ਸਤਿਗੁਰੂ ਕਹਿੰਦੇ ਵੀ ਸਿੱਧੋ ਜਿਹੜੀ ਇਹ ਖੋਟੀ ਬੁੱਧੀ ਹੈ ਨਾ, ਇੱਕ ਭੈੜੀ ਮੱਤ ਹੈ, ਇਹ ਮਿਟ ਜਾਵੇਗੀ ਅੰਦਰੋਂ ਜਦੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪੈ ਕੇ, ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਪੈ ਕੇ, ਗੁਰੂ ਕੇ ਸ਼ਬਦ ਨੂੰ ਪ੍ਰਾਪਤ ਕਰਕੇ ਗੁਰੂ ਕੇ ਸ਼ਬਦ ਦੀ ਵਿਚਾਰ ਕੀਤੀ ਜਾਵੇਗੀ ਤੇ ਫਿਰ ਖੋਟੀ ਬੁੱਧੀ ਮਿਟ ਜਾਵੇਗੀ। ਸਤਿਗੁਰ ਭੇਟੈ ਮੋਖ ਦੁਆਰ। ਜਦੋਂ ਸਤਿਗੁਰੂ ਜੀ ਮਿਲ ਪੈਣਗੇ ਜੀਵ ਨੂੰ, ਸਤਿਗੁਰੂ ਜੀ ਦੇ ਨਾਲ ਇਹ ਜੀਵ ਦਾ ਮਿਲਾਪ ਹੋ ਜਾਵੇਗਾ, ਫਿਰ ਮੋਖ ਦੁਆਰ, ਫਿਰ ਮੁਕਤੀ ਦਾ ਦਰਵਾਜ਼ਾ ਇਹਨੂੰ ਪ੍ਰਾਪਤ ਹੋ ਜਾਵੇਗਾ। ਫਿਰ ਇਹਨੂੰ ਉਹ ਦੁਆਰ ਪ੍ਰਾਪਤ ਹੋਵੇਗਾ ਜਿੱਥੋਂ ਇਹਨੇ ਮੁਕਤ ਹੋਣਾ, ਜਿੱਥੋਂ ਇਹਦੇ ਬੰਧਨ ਕੱਟੇ ਜਾਣੇ, ਜਿੱਥੋਂ ਇਹਦੇ ਸੰਗਲ ਖੁੱਲਣੇ ਆ, ਇਹਦੀਆਂ ਬੇੜੀਆਂ ਟੁੱਟਣੀਆਂ ਜਿੱਥੋਂ। ਮੋਖ ਮੁਕਤੀ ਦਾ ਦੁਆਰ ਦਰਵਾਜ਼ਾ, ਇਹਨੂੰ ਗਿਆਨ ਪ੍ਰਾਪਤ ਹੋਵੇਗਾ, ਬ੍ਰਹਮ ਗਿਆਨ ਮਿਲੇਗਾ। ਕਿੱਥੋਂ? ਜੋ ਸਤਿਗੁਰੂ ਜੀ ਦੇ ਪਾਸੋਂ। ਜਦੋਂ ਸਤਿਗੁਰੂ ਜੀ ਮਿਲਣਗੇ ਇਸ ਨੂੰ, ਪੂਰੇ ਗੁਰੂ ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿਨ ਹਰ ਨਾਮ ਦ੍ਰਿੜਾਵੈ RAM ਰਾਜੇ, ਤਿਸ ਕੀ ਤ੍ਰਿਸ਼ਨਾ ਭੁਖ ਸਭ ਉਤਰੈ, ਜੋ ਹਰ ਨਾਮ ਧਿਆਵੈ। ਜੋ ਹਰ ਹਰ ਨਾਮ ਧਿਆਏ ਦੇ, ਤਿਨ ਜਮ ਨੇੜ ਨਾ ਆਵੈ। ਜਨ ਨਾਨਕ ਕਉ ਹਰ ਕਿਰਪਾ ਕਰ, ਨਿਤ ਜਪੈ ਹਰ ਨਾਮ ਤਰਾਵੈ। ਮਹਾਰਾਜ ਕਹਿੰਦੇ ਜਦੋਂ ਸਤਿਗੁਰੂ ਜੀ ਮਿਲਣਗੇ ਨਾ, ਪੂਰੇ ਗੁਰੂ ਦਾ ਮਿਲਾਪ ਹੋਵੇਗਾ, ਸਤਿਗੁਰਾਂ ਦੇ ਨਾਲ ਇਹ ਜੀਵ ਮਿਲੇਗਾ, ਫਿਰ ਮੁਕਤੀ ਦਾ ਦਰਵਾਜ਼ਾ, ਇਹਨੂੰ ਗਿਆਨ ਪ੍ਰਾਪਤ ਹੋਵੇਗਾ। ਫਿਰ ਮੋਖ ਦੁਆਰ, ਦੁਆਰ ਨਾਮ ਸੰਸਾਰ ਦਾ ਵੀ ਆ। ਇਸ ਸੰਸਾਰ ਦੁਆਰ ਵਿੱਚ ਰਹਿੰਦਿਆਂ ਹੋਇਆਂ ਹੀ ਇਹ ਮੋਖ ਮੁਕਤ ਹੋ ਜਾਵੇਗਾ। ਤੇ ਦੁਆਰ ਨਾਮ ਦੁਆਰਿਆਂ ਵਾਲੇ ਸਰੀਰ ਦਾ ਵੀ ਆ। 9 ਦੁਆਰੇ ਆ ਨਾ ਇਹਦੇ, ਪ੍ਰਗਟ ਪ੍ਰਤਾਖੀ 10ਵਾਂ ਗੁਪਤ ਵਾ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਇਸ 9 ਦੁਆਰਿਆਂ ਵਾਲੇ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਇਹ ਮੁਕਤ ਹੋ ਜਾਵੇਗਾ, 9 ਦੁਆਰਿਆਂ ਤੋਂ ਉੱਪਰ ਹੋ ਜਾਵੇਗਾ, 10ਵੇਂ ਚੱਪੜ ਜਾਵੇਗਾ। ਪਰ ਉਦੋਂ ਜਦੋਂ ਸਤਿਗੁਰੂ ਜੀ ਇਸ ਨੂੰ ਮਿਲਣਗੇ, ਸਤਿਗੁਰ ਭੇਟੈ ਮੋਖ ਦੁਆਰ, ਫਿਰ ਮੁਕਤੀ ਦਾ ਦਰਵਾਜ਼ਾ ਇਹਦੇ ਵਾਸਤੇ ਖੁੱਲੇਗਾ। ਸਤਿਨਾਮ ਦੀਨੈ ਮਨ ਮੁਖ ਜਲ ਜਾਏ। ਸਿੱਧਾਂ ਦੇ ਅਗਲੇ ਸਵਾਲਾਂ ਦੇ ਜਵਾਬ ਮਹਾਰਾਜ ਸਾਹਿਬ ਜੀ ਦਿੰਦੇ ਹਨ। ਗਰੀਬ ਨਵਾਜ ਸਾਹਿਬ ਕਹਿੰਦੇ ਵੀ ਇਹ ਤੱਤ ਨੂੰ ਨਹੀਂ ਨਾ ਚੀਨਦਾ, ਚੀਨੈ ਨਾਮ ਹੈ ਜਾਣਨ ਦਾ, ਸਮਝਣ ਦਾ। ਜਿੰਨਾ ਚਿਰ ਇਹ ਤੱਤ ਨੂੰ, ਸਿਧਾਂਤ ਨੂੰ, ਅਸਲੀਅਤ ਨੂੰ ਨਹੀਂ ਜਾਣਦਾ, ਉਹਨਾਂ ਚਿਰ ਇਹ ਮਨਮੁਖ ਹੈ। ਤੇ ਮਨਮੁਖ ਜੋ ਜੀਵ ਹੈ ਉਹ ਜਲ ਜਾਏ, ਉਹ ਜਲ ਜਾਂਦਾ, ਅੱਗ ਦੇ ਵਿੱਚ ਸੜ ਜਾਂਦਾ। ਕਿਹੜੀ ਅੱਗ ਦੇ ਵਿੱਚ? ਹਉਮੈ ਦੀ ਅੱਗ ਵਿੱਚ ਸੜੀ ਜਾਂਦਾ। ਤੱਤ ਨੂੰ ਜਾਣਿਆ ਹੀ ਨਹੀਂ, ਅਸਲੀਅਤ ਨੂੰ ਸਮਝਿਆ ਹੀ ਨਹੀਂ, ਤੇ ਦੇਹ ਦੀ ਹਉਮੈ ਕਰੀ ਜਾਂਦਾ ਹੈ, ਗੁਣਾਂ ਦੀ ਹਉਮੈ ਕਰੀ ਜਾਂਦਾ ਹੈ, ਸਿਆਣਪ ਦੀ ਹਉਮੈ ਕਰੀ ਜਾਂਦਾ ਹੈ, ਅਹੁਦੇ ਰੁਤਬੇ ਦੀ ਹਉਮੈ ਕਰੀ ਜਾਂਦਾ ਹੈ ਕਿ ਮੈਂ ਵੱਡੀ ਕੁਰਸੀ ਤੇ ਬੈਠਾ, ਮੈਂ ਵੱਡੇ ਅਹੁਦੇ ਤੇ ਬੈਠਾ, ਤੇ ਬਾਕੀ ਤੇ ਮੇਰੇ ਥੱਲੇ ਨਿੱਕੇ ਨਿੱਕੇ ਹੀ ਆ, ਮੈਂ ਵੱਡਾ ਬਣ ਗਿਆ। ਇਸ ਕਰਕੇ ਤੱਤ ਨੂੰ ਨਹੀਂ ਚੀਨਿਆ, ਸਿਧਾਂਤ ਨੂੰ ਨਹੀਂ ਜਾਣਿਆ, ਪਰਮੇਸ਼ਰ ਨੂੰ ਨਹੀਂ ਸਮਝਿਆ, ਤੇ ਆਪਣੇ ਸਰੀਰ ਦੇ ਅਸਲੀਅਤ ਨੂੰ ਵੀ ਨਹੀਂ ਸਮਝਿਆ। ਵੀ ਐਵੇਂ ਹੀ ਮੈਂ ਹਵਾ ਚ ਤੁਰਿਆ ਫਿਰਦਾ, ਭਰੀ ਤੇ ਫੂਕ ਹੀ ਹੋਈ ਹੋਏ ਝੁਰਕੀ। ਫੂਕ ਇਕੱਲੇ ਆ ਗੱਡੀਆਂ ਦੇ ਟਾਇਰਾਂ 'ਚ ਨਹੀਂ ਭਰਦੀ, ਜਾਂ ਮੋਟਰਸਾਈਕਲਾਂ ਦੇ ਟਾਇਰਾਂ 'ਚ ਨਹੀਂ ਭਰਦੀ, ਜਾਂ ਸਾਈਕਲ ਦੇ ਟਾਇਰਾਂ 'ਚ ਨਹੀਂ ਭਰਦੀ, ਫੂਕ ਬੰਦੇ ਵਿੱਚ ਵੀ ਭਰੀ ਹੋਈ ਹੈ। ਫੂਕ ਨਾਲ ਹੀ ਸਾਰਾ ਕੁਝ ਚੱਲਦਾ, ਹਵਾ ਦੇ ਨਾਲ ਹੀ। ਜੇ ਫੂਕ ਨਿਕਲ ਜਾਵੇ ਟਾਇਰ ਵਿੱਚੋਂ, ਗੱਡੀ ਨਹੀਂ ਚੱਲਦੀ। ਮੋਟਰਸਾਈਕਲ ਚੋਂ ਨਿਕਲ ਜੇ ਫੂਕ ਤੇ ਉਹ ਨਹੀਂ ਚੱਲਦਾ, ਪੈਂਚਰ ਹੋ ਜੇ ਜਾਂ ਉਤਰਾ ਫੂਕ ਨਿਕਲ ਜੇ। ਫੂਕ ਭਰਾਉਣੀ ਪੈਂਦੀ ਆ, ਫਿਰ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਵੇ।
ਤੇ ਇਹਦੇ 'ਚ ਵੀ ਰੱਬ ਨੇ ਫੂਕ ਹੀ ਭਰੀ ਹੋਈ ਆ, ਸਵਾਸਾਂ ਰੂਪੀ ਫੂਕ ਹੀ ਆ, ਹੋਰ ਕੀ ਆ। ਸਵਾਸ ਵਾ, ਇਹ ਨਿਕਲ ਜਾਣ, ਇਹਦੇ 'ਚੋਂ ਫੂਕ ਸਾਰੀ ਨਿਕਲ ਜੇ। ਬਾਣੀ 'ਚ ਲਿਖਿਆ ਮਹਾਰਾਜ ਨੇ ਇਹ ਬਚਨ। ਸਤਿਗੁਰੂ ਕਹਿੰਦੇ ਜਦੋਂ ਫੂਕ ਨਿਕਲ ਗਈ ਨਾ ਇਹਦੀ ਸਾਰੀ, ਇਹਨੇ ਸਵਾਹ ਦੀ ਢੇਰੀ ਹੋ ਜਾਣਾ। ਇਹ ਹਵਾ ਨਾਲ ਹੀ ਇਹ ਵੀ ਚੱਲਣ ਵਾਲਾ ਵਾ, ਇਹ ਹਵਾ ਰੱਬ ਨੇ ਭਰੀ ਆ, ਸਵਾਸਾਂ ਰੂਪੀ ਹਵਾ, ਇਹ ਫੂਕ ਭਰੀ ਉਹਨੇ। ਨਿਕਸਿਓ ਫੂਕ ਤਾਂ ਹੋਏ ਗਇਓ ਸਵਾਹਾ। ਜਦੋਂ ਇਹਦੇ ਚੋਂ ਫੂਕ ਨਿਕਲ ਗਈ, ਭਾਵ ਇਹਦੇ ਸਵਾਸ ਪੂਰੇ ਹੋ ਗਏ, ਫਿਰ ਇਹ ਸਵਾਹ ਦੀ ਢੇਰੀ ਹੋ ਜਾਂਦਾ। ਇਸ ਕਰਕੇ ਇਹਨੇ ਤਤ ਨੂੰ ਨਹੀਂ ਜਾਣਿਆ। ਜਾਂ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਾਰ ਬਹੰਡੀਐ। ਵੀ ਇੱਥੇ ਸਦਾ ਵਾਸਤੇ ਤਾਂ ਰਹਿਣਾ ਹੀ ਨਹੀਂ ਆਪਾਂ, ਤੇ ਫਿਰ ਹੰਕਾਰ ਕਿਹੜੀ ਗੱਲ ਦਾ ਕਰਨਾ। ਪਰ ਮਹਾਰਾਜ ਕਹਿੰਦੇ ਹੰਕਾਰ ਕਰਦਾ ਇਹ ਤਾਂ ਇਹ ਬਾਹਾਂ ਚੌੜੀਆਂ ਕਰਕੇ ਤੁਰਦਾ। ਬਾਹਾਂ ਚੌੜੀਆਂ ਕਰਕੇ ਨਾ ਚੰਗੀ ਤਰ੍ਹਾਂ ਆਕੜ ਆਕੜ ਕੇ ਤੁਰਦਾ। ਬਾਣੀ 'ਚ ਲਿਖਿਆ ਇਹ ਵਚਨ, ਇਹ ਨਹੀਂ ਵੀ ਆਪਦੇ ਕੋਲੋਂ ਗੱਲਾਂ ਬਾਤਾਂ। ਮਹਾਰਾਜ ਕਹਿੰਦੇ ਚਲਤ ਕਤ ਟੇਢੇ ਟੇਢੇ ਟੇਢੇ। ਬੰਦਿਆ ਟੇਢੇ ਟੇਢੇ ਹੋ ਕੇ ਕਿਉਂ ਚੱਲਦਾ? ਵੀ ਹੰਕਾਰ ਨਾਲ ਐ ਮੋਢੇ ਮਾਰ ਮਾਰ ਕੇ, ਪਾਸੇ ਮਾਰ ਮਾਰ ਕੇ, ਬਾਹਾਂ ਫੁਲਾ ਫੁਲਾ ਕੇ ਕਿਉਂ ਤੁਰਦਾ? ਇਹ ਭਾਈ ਹੰਕਾਰ ਕਰਦਾ। ਚਲਤ ਕਤ ਟੇਢੇ 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 ਅਸਤ ਚਰਮ ਬਿਸ਼ਟਾ ਕੇ ਮੁੰਦੇ ਦੁਰਗੰਧ ਹੀ ਕੇ ਵੇਢੇ। ਸਤਿਗੁਰੂ ਕਹਿੰਦੇ ਵਿੱਚ ਕੀ ਭਰਿਆ ਪਿਆ, ਕਦੀ ਜਾਣਿਆ ਹੀ ਇਸ ਨੂੰ, ਸਮਝਿਆ ਹੀ ਵੀ ਜਿਹਦਾ ਮਾਣ ਕਰਕੇ ਐ ਬਾਹਰੋਂ ਨਹਾ ਧੋ ਕੇ ਤੇ ਬਾਹਾਂ ਫੁਲਾ ਫੁਲਾ ਕੇ ਤੁਰਦਾ, ਟੇਢਾ ਜਿਹਾ ਹੋ ਕੇ ਵੀ ਲੋਕ ਵੇਖਣ ਮੇਰੇ ਵਾਲੇ। ਅਸਤ ਸਤਿਗੁਰੂ ਕਹਿੰਦੇ ਵਿੱਚ ਤੇ ਹੱਡੀਆਂ ਹੀ ਭਰੀਆਂ ਵਾ, ਤੇ ਬਾਅਦ 'ਚ ਇੱਕ ਗੁਥਲੀ 'ਚ ਹੀ ਪੈ ਜਾਂਦੀਆਂ। ਜੋ ਗੁਰਮਤ ਮਰਿਆਦਾ ਅਨੁਸਾਰ ਤੇ ਕੱਲੀ ਕੱਲੀ ਚੁਗਣ ਦੀ ਆਗਿਆ ਨਹੀਂ, ਪਰ ਲੋਕ ਚੁਗ ਲੈਂਦੇ ਆ। ਕਈ ਤੇ ਕੱਚੀ ਲੱਸੀ ਨਾ ਧੋਣਗੇ ਬਾਅਦ 'ਚ, ਕਿ ਹੁਣ ਕੱਚੀ ਲੱਸੀ ਨਾ ਧੋਈ ਜਾਓ, ਭਾਵੇਂ ਦੁੱਧ ਨਾ ਧੋਈ ਜਾਓ, ਹੁਣ ਤਾਂ ਜਿੱਥੇ ਜਾਣੀਆਂ ਉੱਥੇ ਹੀ ਜਾਣੀਆਂ। ਅਸਤ ਚਰਮ ਮਹਾਰਾਜ ਕਹਿੰਦੇ ਚੰਮ ਵਾ, ਹੱਡੀਆਂ ਵਾ, ਬਿਸ਼ਟਾ ਗੰਦਗੀ ਆ ਵਿੱਚ ਕੇ ਮੁੰਦੇ, ਉੱਤੋਂ ਇਹਨੂੰ ਮੁੰਦਿਆ ਹੋਇਆ, ਉੱਤੋਂ ਢੱਕਿਆ ਹੋਇਆ, ਵਿੱਚ ਗੰਦਗੀ ਇਹਦੇ ਸਰੀਰ ਦੇ ਵਿੱਚ। ਜੇ ਚਮੜੀ ਉੱਤੇ ਨਾ ਲੱਭ ਲਾਉਂਦਾ ਤੇ ਫਿਰ ਇਹਦੇ ਤੇ ਮੱਖੀਆਂ ਹੀ ਵਿਆਹ ਕਰਨੀਆਂ ਹੈ। ਜੇ ਉੱਤੇ ਚੰਮ ਨਾ ਲਾਉਂਦਾ, ਇਹਨੂੰ ਢੱਕਦਾ ਨਾ, ਕੱਲੀਆਂ ਹੱਡੀਆਂ ਤੇ ਵਿੱਚੋਂ ਖੂਨ ਉਤਰ ਹੀ ਦੀਦਾ ਇਹਦਾ ਬਾਹਰ। ਸਤਿਗੁਰੂ ਕਹਿੰਦੇ ਅਸਤ ਚਰਮ ਬਿਸ਼ਟਾ ਕੇ ਮੁੰਦੇ ਦੁਰਗੰਧ ਹੀ ਕੇ ਬੇਢੇ। ਵਿੱਚ ਤਾਂ ਦੁਰਗੰਧੀ ਭਰੀ ਹੋਈ। ਇੱਕ ਥਾਂ ਤੇ ਇਹ ਵੀ ਬਚਨ ਆਉਂਦਾ ਅੰਮ੍ਰਿਤ ਬਾਣੀ ਦੇ ਅੰਦਰ ਵੀ ਜਿਹੜੇ 9 ਦੁਆਰੇ ਆ ਨਾ, 9 ਗੋਲਕਾਂ, ਇਹਨਾਂ 9ਾਂ ਦੇ ਵਿੱਚੋਂ ਹੀ ਗੰਦਗੀ ਸਿਮਦੀ ਰਹਿੰਦੀ ਹੈ, ਹੋਰ ਸੁਗੰਧੀ ਥੋੜਾ ਨਿਕਲਦੀ ਇਹਦੇ ਵਿੱਚੋਂ ਕਿਤੇ। 2 ਅੱਖਾਂ, 2 ਨਾਸਕਾਂ ਦੇ ਛੇਕ, 2 ਕੰਨਾਂ ਦੇ ਛੇਕ, 1 ਮੂੰਹ ਦਾ। 7 ਜਿਹੜੇ ਦੁਆਰੇ ਆ ਉਹ ਤੇ ਆ ਗਲੇ ਤੋਂ ਉੱਪਰ ਉੱਪਰ ਹੀ ਆ ਨਾ 7 ਦੁਆਰੇ, ਤੇ 2 ਜਿਹੜੇ ਉਹ ਪੇਟ ਤੋਂ ਹੇਠਾਂ, ਮਲ ਮੂਤਰ ਸਥਾਨ। ਤੋ ਇਹ ਜਿਹੜੇ 9 ਦੁਆਰੇ ਆ, 9 ਦੁਆਰੇ ਪ੍ਰਗਟ। ਤੇ ਮਹਾਰਾਜ ਸਾਹਿਬ ਕਹਿੰਦੇ ਵੀ ਨਵੇਂ ਛਿਦਰ ਸਰਵਹਿ ਅਪਵਿੱਤਰਾ। 9 ਛੇਕ ਵਾ ਤੇ 9 ਹੀ ਛੇਕਾਂ ਥਾਣੀ, 9 ਹੀ ਛਿਦਰਾਂ ਥਾਰੀ। ਅਪਵਿੱਤਰਤਾ ਨਿਕਲਦੀ ਰਹਿੰਦੀ ਆ, ਮਲੀਨਤਾ ਨਿਕਲਦੀ ਰਹਿੰਦੀ, ਮੈਲ ਸਿਮਦੀ ਰਹਿੰਦੀ। ਅੱਖਾਂ ਥਾਣੀ ਸੈਂਟ ਤਾਂ ਨਹੀਂ ਨਿਕਲਦਾ, ਜਦੋਂ ਸਵੇਰੇ ਉੱਠਦੇ ਗਿੱਟਾ ਹੀ ਨਿਕਲਦੀਆਂ। ਕੰਨਾਂ ਥਾਣੀ ਕੀ ਨਿਕਲਦਾ? ਮੈਲ ਹੀ ਨਿਕਲਦੀ। ਨਾਸਕਾਂ ਥਾਣੀ ਕੀ ਨਿਕਲਦਾ? ਮੂੰਹ ਥਾਣੀ ਬਲਗਮ। ਇਸੇ ਤਰ੍ਹਾਂ ਪਿਸ਼ਾਬ, ਮਲ। ਤੇ ਮਹਾਰਾਜ ਕਹਿੰਦੇ ਵੀ ਇਹ 9 ਦੁਆਰਿਆਂ ਥਾਣੀ ਮੈਲ ਹੀ ਨਿਕਲਦੀ ਹੈ, ਤੇ ਉੱਤੋਂ ਇਹਨੂੰ ਢੱਕਿਆ ਹੋਇਆ, ਵਿੱਚੋਂ ਮੈਲ ਨਾ ਭਰਿਆ ਹੋਵੇ। ਇਹ ਸਰੀਰ ਦੀ ਅਸਲੀਅਤ ਵੀ ਨਹੀਂ ਜਾਣੀ ਬੰਦੇ ਨੇ ਵੀ ਸਰੀਰ ਕੀ ਹੈ। ਤਤ ਨਾ ਚੀਨੇ ਮਨਮੁਖ ਜਲ ਜਾਏ। ਇਸ ਕਰਕੇ ਮਹਾਰਾਜ ਕਹਿੰਦੇ ਮਨਮੁਖ ਜਿਹੜਾ ਹੈ ਨਾ, ਉਹ ਹਉਮੈ ਕਰ ਕਰਕੇ ਹਉਮੈ ਵਿੱਚ ਹੀ ਸੜਿਆ ਹੋਇਆ। ਤੇ ਜੇ ਗੁਰੂ ਕੀ ਬਾਣੀ ਨੂੰ ਵਿਚਾਰੇ ਤੇ ਸਤਿਗੁਰੂ ਦੱਸਦੇ ਆ ਵੀ ਵਿੱਚ ਕੀ ਭਰਿਆ ਪਿਆ। ਜੇ ਨਾਮ ਨਾਲ ਜੁੜੇਗਾ ਫਿਰ ਮਹਾਰਾਜ ਕਹਿੰਦੇ ਇਹ ਨਾ ਇਹ ਦੇਹ ਪਵਿੱਤਰ ਹੋ ਸਕਦੀ ਹੈ। ਜਿਹੜੀ ਇਹ ਪੰਕਤੀ ਕਹੀ ਨਾ, ਨਵੇਂ ਛਿਦਰ ਸਰਵਹਿ ਅਪਵਿੱਤਰਾ, ਇਹਦੇ ਤੋਂ ਅਗਲੀ ਪੰਕਤੀ ਆ ਵੀ ਇਸ 9 ਦੁਆਰਿਆਂ ਚੋਂ ਜਿਹਦੇ ਚੋਂ ਮੈਲ ਸਿਮਦੀ ਆ, ਇਹਨੂੰ ਤੂੰ ਪਵਿੱਤਰ ਵੀ ਕਰ ਸਕਦਾ ਇਸ ਦੇਹ ਨੂੰ। ਪਰ ਪਵਿੱਤਰ ਕਿਵੇਂ ਕਰ ਸਕਦਾ? ਨਾਮ ਨਾਲ ਜੁੜ ਕੇ।
ਵਿਕਾਰਾਂ ਨੂੰ ਛੱਡ ਕੇ, ਹਉਮੈ ਨੂੰ ਤਿਆਗ ਕੇ ਜਦੋਂ ਨਾਮ ਨਾਲ ਜੁੜ ਕੇ ਨਾਮ ਦਾ ਅਭਿਆਸ ਕਰੇਗਾ, ਬੋਲ ਹਰ ਨਾਮ ਪਵਿੱਤਰ ਸਭ ਕੀਤਾ, ਫਿਰ ਇਹ ਸਾਰੇ ਇੰਦਰੀਏ ਪਵਿੱਤਰ ਹੋ ਜਾਣਗੇ, ਫਿਰ ਇਹ ਸਮੁੱਚੀ ਦੇਹ ਪਵਿੱਤਰ ਹੋ ਜਾਵੇਗੀ। ਨਾਮ ਇਹਨੂੰ ਪਵਿੱਤਰ ਕਰ ਦੇਵੇਗਾ। ਤੇ ਨਾਮ ਤੋਂ ਬਿਨਾ ਇਹ ਮੈਲੀ ਹੈ। ਜਿਨ੍ਹਾਂ ਨੇ ਨਾਮ ਜਪਿਆ ਨਾ, ਉਹਨਾਂ ਦੀ ਦੇਹ ਵੀ ਪਵਿੱਤਰ ਹੋ ਜਾਂਦੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸੁਪਨੇ ਹੋ ਬਰੜਾਏ ਕਹਿ, ਜਿਹ ਮੁਖ ਨਿਕਸੈ ਰਾਮ, ਤਾਕੇ ਪਗ ਕੀ ਪਾਨ ਹੀ ਮੇਰੇ ਤਨ ਕੋ ਚਾਮ। ਕਹਿੰਦੇ ਜਿਹੜਾ ਸੁਪਨੇ 'ਚ ਵੀ ਬਰੜਾ ਕੇ ਰੱਬ ਦਾ ਨਾਮ ਲੈਂਦਾ ਨਾ, ਭਗਤ ਕਬੀਰ ਸਾਹਿਬ ਇੰਨੇ ਨਿਮਰਤਾ ਵਿੱਚ ਆ ਕੇ ਕਹਿੰਦੇ, ਮੇਰੇ ਸਰੀਰ ਦੇ ਚੰਮ ਦੀ ਜੁੱਤੀ ਬਣੇ ਤੇ ਨਾਮ ਸੁਪਨੇ 'ਚ ਜਿਹੜਾ ਜਪਦਾ, ਸੁਪਨੇ 'ਚ ਲੈਂਦਾ, ਉਹਦੇ ਪੈਰੀਂ ਪੈ ਜਾਵੇ, ਮੇਰਾ ਸਰੀਰ ਸਫਲਾ ਹੋ ਜਾਵੇ। ਨਾਮ ਦੀ ਕਿੱਡੀ ਮਹਿਮਾ। ਫਿਰ ਇੱਕ ਥਾਂ ਤੇ ਇਹ ਵੀ ਬਚਨ ਕਿਹਾ ਭਗਤ ਜੀ ਨੇ ਵੀ ਨਾਮ ਜਪਣ ਵਾਲੇ ਦੀ ਦੇਹ ਕੀ, ਉਹ ਨਗਰ ਹੀ ਪਵਿੱਤਰ ਹੋ ਜਾਂਦਾ ਜਿੱਥੇ ਨਾਮ ਜਪਿਆ ਜਾਂਦਾ। ਦੇਹ ਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋਗਰਾਮ। ਨਾਮ ਪਵਿੱਤਰ ਕਰਦਾ। ਜਦੋਂ ਕੋਈ ਨਾਮ ਜਪਣ ਵਾਲਾ ਸਰੀਰ ਸਵਾਸ ਪੂਰੇ ਕਰਦਾ ਨਾ, ਦੇਖੋ ਹਰ ਇੱਕ ਦੀ ਭਾਵਨਾ ਹੁੰਦੀ, ਮੈਂ ਵੀ ਇਹਨੂੰ ਹੱਥ ਲਾ ਲਵਾਂ, ਮੈਂ ਵੀ ਸੇਵਾ ਵਿੱਚ ਸ਼ਾਮਲ ਹੋ ਜਾਵਾਂ। ਜਦੋਂ ਕੋਈ ਮਹਾਂਪੁਰਖ, ਕੋਈ ਬੰਦਗੀ ਵਾਲਾ, ਕੋਈ ਗੁਰਮੁਖ ਪਿਆਰਾ ਸਰੀਰ ਤਿਆਗਦਾ, ਉੱਥੇ ਸੰਗਤਾਂ ਭੱਜ ਭੱਜ ਕੇ ਸੇਵਾ ਦੇ ਵਿੱਚ ਜੁੜਦੀਆਂ। ਇਸ਼ਨਾਨ ਕਰਾਇਆ ਜਾਂਦਾ ਉਸ ਸਰੀਰ ਦਾ, ਤੇ ਬਹੁਤੇ ਸੇਵਾ 'ਚ ਹਾਜ਼ਰ ਹੋ ਜਾਂਦੇ, ਬਹੁਤੇ ਉਸ ਪਲੰਘੇ ਨੂੰ ਮੋਢਾ ਦੇਣ ਵਾਸਤੇ ਤਿਆਰ ਹੋ ਜਾਂਦੇ, ਮੰਜੇ ਨੂੰ ਮੋਢਾ ਦੇਣ ਵਾਸਤੇ, ਬਹੁਤੇ ਉੱਥੇ ਸੇਵਾ ਕਰਨ ਵਾਸਤੇ। ਤੇ ਨਾਮ ਤੋਂ ਵਿਛੜਨਾ ਜੀਵ ਜਿਸ ਵੇਲੇ ਚੜ੍ਹਾਈ ਕਰਦਾ, ਤੇ ਕੋਈ ਹੱਥ ਲਾਉਣ ਵਾਸਤੇ ਤਿਆਰ ਨਹੀਂ ਹੁੰਦਾ। ਘਰ ਵਾਲੇ ਵੀ ਸੰਕੋਚ ਕੇ ਹੀ ਹੱਥ ਲਾਉਂਦੇ, ਤੇ ਹੱਥ ਲਾ ਕੇ ਮਗਰੋਂ ਧੋਂਦੇ ਫਿਰਦੇ। ਇਸ ਤਰ੍ਹਾਂ ਦੀ ਆਪਾਂ ਆਪ ਹੀ ਸੰਸਾਰ 'ਚ ਵਿਚਰਦੇ ਵੇਖਦੇ ਹਾਂ। ਸੋ ਨਾਮ ਦੀ ਮਹਿਮਾ ਐਸੀ ਹੈ, ਨਾਮ ਤਾਂ ਦੇਹ ਨੂੰ ਵੀ ਪਵਿੱਤਰ ਕਰ ਦਿੰਦਾ ਹੈ। ਤੇ ਨਾਮ ਤੋਂ ਟੁੱਟ ਕਰਕੇ ਸਤਿਗੁਰੂ ਕਹਿੰਦੇ ਵੀ ਮਨਮੁਖ ਜੀਵ ਜਿਹੜਾ ਗੁਰੂ ਉਪਦੇਸ਼ ਤੋਂ ਟੁੱਟਿਆ ਹੋਇਆ ਹੈ, ਉਹ ਤੱਤ ਨੂੰ ਨਹੀਂ ਜਾਣਦਾ, ਸਰੀਰ ਦੇ ਤੱਤ ਨੂੰ ਨਹੀਂ ਜਾਣਦਾ, ਸਿਧਾਂਤ ਨੂੰ ਨਹੀਂ ਜਾਣਦਾ, ਆਤਮਾ ਦੇ ਤੱਤ ਨੂੰ ਵੀ ਨਹੀਂ ਜਾਣਦਾ। ਪਰਮੇਸ਼ਰ ਜੋ ਸਿਧਾਂਤ ਰੂਪ ਹੈ, ਤੱਤ ਸਰੂਪ ਹੈ, ਉਸ ਵਾਹਿਗੁਰੂ ਜੀ ਨੂੰ ਨਹੀਂ ਜਾਣਦਾ ਹੈ। ਇਸ ਕਰਕੇ ਮਨਮੁਖ ਉਹ ਜਲ ਜਾਂਦਾ, ਸੜ ਜਾਂਦਾ ਹੈ। ਹਉਮੈ ਕਰਦਾ ਕਰਦਾ ਹਉਮੈ 'ਚ ਹੀ ਸੜਿਆ ਰਹਿੰਦਾ, ਤ੍ਰਿਸ਼ਨਾ ਦੀ ਅੱਗ ਵਿੱਚ ਸੜਿਆ ਰਹਿੰਦਾ ਹੈ, ਵਿਕਾਰਾਂ ਦੀ ਅੱਗ ਵਿੱਚ ਸੜਿਆ ਰਹਿੰਦਾ। ਕਦੀ ਕਾਮ ਵਿੱਚ ਸੜ ਗਿਆ, ਕਦੀ ਕ੍ਰੋਧ 'ਚ ਜਲ ਗਿਆ, ਕਦੀ ਲੋਭ 'ਚ ਸੜ ਗਿਆ, ਕਦੀ ਮੋਹ 'ਚ ਸੜਿਆ ਰਹਿੰਦਾ, ਕਦੀ ਹੰਕਾਰ 'ਚ ਸੜਿਆ ਰਹਿੰਦਾ। ਤਤ ਨਾ ਚੀਨੈ, ਤਤ ਪਰਮੇਸ਼ਰ ਵਾਹਿਗੁਰੂ ਨੂੰ ਨਹੀਂ ਜਾਣਦਾ ਹੈ। ਇਸ ਕਰਕੇ ਮਨਮੁਖ ਸੜ ਜਾਂਦਾ ਹੈ। ਦੁਰਮਤ ਵਿਛੜ ਚੋਟਾਂ ਖਾਏ। ਸਿੱਧਾਂ ਨੇ ਆਖਿਆ, ਮਹਾਰਾਜ ਇਹ ਵਿਛੜਦਾ ਕਿਉਂ ਹੈ, ਚੋਟਾਂ ਕਿਵੇਂ ਖਾਂਦਾ ਹੈ? ਪਹਿਲਾ ਸਵਾਲ ਉਹਨਾਂ ਕੀਤਾ ਹੈ, ਕਿਉਂ ਤਤ ਨਾ ਬੁੱਝੈ, ਤਤ ਕਿਵੇਂ ਨਹੀਂ ਬੁੱਝਦਾ, ਸਿਧਾਂਤ ਨੂੰ ਕਿਉਂ ਨਹੀਂ ਬੁੱਝਦਾ? ਮਹਾਰਾਜ ਨੇ ਇੱਥੇ ਜਵਾਬ ਦਿੱਤਾ, ਤਤ ਨਾ ਚੀਨੈ ਮਨਮੁਖ ਜਲ ਜਾਏ। ਕਿਉਂਕਿ ਮਨਮੁਖਤਾਈ ਕਰਕੇ ਸਿਧਾਂਤ ਨੂੰ ਨਹੀਂ ਸਮਝਦਾ, ਇਸ ਕਰਕੇ ਸੜ ਜਾਂਦਾ। ਦੂਜਾ ਉਹਨਾਂ ਆਖਿਆ ਸੀ ਝੋਟਾਂ ਖਾਏ, ਵੀ ਇਹ ਝੋਟਾਂ ਸੱਟਾਂ ਕਿਵੇਂ ਖਾਂਦਾ? ਤਾਂ ਮਹਾਰਾਜ ਸਾਹਿਬ ਨੇ ਹੁਣ ਇੱਥੇ ਉੱਤਰ ਦਿੱਤਾ ਵੀ ਦੁਰਮਤ, ਖੋਟੀ ਮਤ ਕਰਕੇ ਵਿਛੜ ਜਾਂਦਾ ਪਰਮੇਸ਼ਰ ਦੇ ਪਾਸੋਂ। ਭੈੜੀ ਮਤ ਧਾਰਨ ਕਰ ਲਈ, ਹਰ ਵੇਲੇ ਭੈੜਾ ਹੀ ਸੋਚਦਾ ਹੈ, ਚੰਗਾ ਨਹੀਂ ਵਿਚਾਰਦਾ ਹੈ। ਇਸ ਕਰਕੇ ਭੈੜੀ ਮਤ ਕਰਕੇ, ਖੋਟੀ ਮਤ ਕਰਕੇ ਵਿਛੜ ਜਾਂਦਾ ਹੈ। ਫਿਰ ਇਹ ਚੋਟਾਂ ਖਾਂਦਾ ਹੈ, ਸੱਟਾਂ ਖਾਂਦਾ ਹੈ, ਜੰਮਣ ਮਰਨ ਦੀਆਂ, ਗਰਭ ਦੀਆਂ, ਜਮਦੂਤਾਂ ਦੀਆਂ। ਮਾਨੈ ਹੁਕਮ ਸਭੇ ਗੁਣ ਗਿਆਨ। ਫਿਰ ਸਿੱਧੋ ਇਹ ਵਾਹਿਗੁਰੂ ਜੀ ਦੇ ਹੁਕਮ ਨੂੰ ਮੰਨੇ ਤਾਂ ਫਿਰ ਸਾਰੇ ਗੁਣ ਤੇ ਸਭ ਪ੍ਰਕਾਰ ਦਾ ਇਸ ਨੂੰ ਗਿਆਨ ਪ੍ਰਾਪਤ ਹੋ ਜਾਵੇ, ਇਹਨੂੰ ਦੇਹ ਦਾ ਗਿਆਨ ਵੀ ਪ੍ਰਾਪਤ ਹੋ ਜਾਵੇ। ਜੇ ਗੁਰੂ ਦੇ ਹੁਕਮ ਨੂੰ ਇਹ ਮੰਨ ਲਵੇ ਨਾ, ਇਹਨੂੰ ਪਤਾ ਲੱਗ ਜਾਵੇ ਵੀ ਇਹ ਮਨੁੱਖਾ ਸਰੀਰ ਮੈਨੂੰ ਕਿਉਂ ਮਿਲਿਆ ਹੈ, ਇਹ ਮਨੁੱਖਾ ਜਨਮ ਦੇ ਵਿੱਚ ਮੈਂ ਕੀ ਕਰਨਾ ਹੈ, ਇਹ ਮਨੁੱਖਾ ਜਨਮ ਮੇਰਾ ਕਿਵੇਂ ਦੇ ਇਹ ਸਫਲ ਹੋਣੀ ਹੈ। ਜਦੋਂ ਗੁਰੂ ਦੇ ਹੁਕਮ ਨੂੰ ਇਹ ਮੰਨੇਗਾ, ਫਿਰ ਇਹਨੂੰ ਸਮਝ ਪ੍ਰਾਪਤ ਹੋਵੇ ਵੀ ਇਹ ਮਨੁੱਖਾ ਦੇ ਤਾਂ ਮੈਨੂੰ ਗੋਬਿੰਦ ਨਾਲ ਮਿਲਣ ਦੀ ਇਹ ਵਾਰੀ ਮਿਲੀ ਹੋਈ ਹੈ। ਇਹ ਗੁਰੂ ਸਾਹਿਬ ਹੀ ਦੱਸਣਗੇ ਨਾ, ਫਿਰ ਇਹਨੂੰ ਸਤਿਗੁਰੂ ਸਮਝਾਉਣਗੇ। ਫਿਰ ਭਾਈ ਪ੍ਰਾਪਤ
ਮਾਨੁਖ ਦੇ ਹੁਰੀਆ ਭਈ ਪਰਾਪਤ ਮਾਨੁਖ ਦੇ ਹੁਰੀਆ ਭਈ ਪਰਾਪਤ ਮਾਨੁਖ ਦੇ ਉਰੀਆ ਭਈ ਪਰਾਪਤ ਮਾਨੁਖ ਦੇ ਉਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ 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 ਅਵਰ ਕਾਜ ਤੇਰਾ ਕਿਤੈ ਨਾ ਕਾਮ ਅਵਰ ਕਾਜ ਤੇਰਾ ਕਿਤੈ ਨਾ ਕਾਮ ਅਵਰ ਕਾਜ ਤੇਰਾ ਕਿਤੈ ਨਾ ਕਾਮ ਅਵਰ ਕਾਜ ਤੇਰੇ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮਹਾਰਾਜ ਸਾਹਿਬ ਜੀ ਫਿਰ ਦੱਸਦੇ ਗੁਰੂ ਸਾਹਿਬ ਜੀ ਮੰਨੈ ਹੁਕਮ ਜਦੋਂ ਵਾਹਿਗੁਰੂ ਦੇ ਹੁਕਮ ਨੂੰ ਮੰਨੇਗਾ ਤੇ ਹੁਕਮ ਨੂੰ ਮੰਨਣਾ ਵੀ ਗੁਰੂ ਸਾਹਿਬ ਜੀ ਦੇ ਪਾਸੋਂ ਹੀ ਸਿੱਖਿਆ ਜਾਵੇਗਾ। ਸਤਿਗੁਰੂ ਇਹ ਹੁਕਮ ਦੇ ਬਾਰੇ ਦੱਸਦੇ ਆ ਕਿ ਕਿਵੇਂ ਹੁਕਮ ਦੇ ਵਿੱਚ ਚੱਲਣਾ ਹੈ ਕਿਵੇਂ ਹੁਕਮ ਨੂੰ ਮੰਨਣਾ ਹੈ ਹੁਕਮ ਕੀ ਹੈ ਹੁਕਮ ਕਿੱਡਾ ਵੱਡਾ ਹੈ ਇਹ ਸਤਿਗੁਰੂ ਹੀ ਦੱਸਣਗੇ ਨਾ। ਜਦੋਂ ਮਹਾਰਾਜ ਨੇ ਹੁਕਮ ਦੀ ਗੱਲ ਕੀਤੀ ਤੇ ਗਰੀਬ ਨਵਾਜ ਕਹਿੰਦੇ ਹੁਕਮੀ ਹੋਵਨ ਆਕਾਰ ਸਾਰੀ ਸ੍ਰਿਸ਼ਟੀ ਦਾ ਆਕਾਰ ਹੁਕਮ ਦੇ ਵਿੱਚ ਹੋਇਆ 84 ਲੱਖ ਜੋਨਾਂ ਖੰਡ ਬ੍ਰਹਿਮੰਡ ਪਤਾਲ ਆਕਾਸ਼ ਪੰਜੇ ਤੱਤ ਸਾਰੀ ਰਚਨਾ ਹੁਕਮ ਨਾ ਕਹਿਆ ਜਾਏ ਹੁਕਮ ਕਿੱਡਾ ਵੱਡਾ ਕਿਹਾ ਹੀ ਨਹੀਂ ਜਾ ਸਕਦਾ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਮਾਰੇ ਕਹਿੰਦੇ ਹੁਕਮ ਨੂੰ ਕੋਈ ਬੁੱਝ ਲਵੇ ਨਾ ਸਮਝ ਲਵੇ ਫਿਰ ਹਉਮੈ ਦੇ ਬੋਲ ਨਹੀਂ ਕਹੇਗਾ। ਜਿੰਨਾ ਚਿਰ ਹੁਕਮ ਨੂੰ ਨਹੀਂ ਬੁੱਝਦਾ ਉਹਨਾਂ ਚਿਰ ਮੈਂ ਕਰਦਾ ਮੇਰੀ ਮੇਰੀ ਕਰਦਾ ਹਉਮੈ ਕਰਦਾ। ਜਦੋਂ ਹੁਕਮ ਨੂੰ ਬੁੱਝ ਲਵੇ ਵੀ ਫਿਰ ਸਮਝੇਗਾ ਵੀ ਹੁਕਮ ਬੜਾ ਵੱਡਾ ਸਾਰੀ ਖੇਡ ਤੇ ਹੁਕਮ ਵਿੱਚ ਚੱਲੀ ਜਾਂਦੀ। ਮੰਨੈ ਹੁਕਮ ਜਦੋਂ ਹੁਕਮ ਨੂੰ ਸਿੱਧੋ ਮੰਨੇਗਾ ਸਭੇ ਗੁਣ ਗਿਆਨ ਫਿਰ ਸਾਰੇ ਗੁਣ ਇਹਨੂੰ ਪ੍ਰਾਪਤ ਹੋ ਜਾਣਗੇ ਧਰਮ ਦੇ। ਖਿਮਾ ਅਹਿੰਸਾ ਦਇਆ ਅੰਮ੍ਰਿਤ ਸਤ ਬਚਨ ਤਪ ਦਾਨ ਸੀਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ। ਫਿਰ ਖਿਮਾ ਦਾ ਗੁਣ ਇਹਦੇ ਵਿੱਚ ਆ ਜਾਵੇਗਾ ਫਿਰ ਅਹਿੰਸਾ ਦਾ ਗੁਣ ਇਹਦੇ ਵਿੱਚ ਆ ਜਾਵੇਗਾ ਫਿਰ ਦਇਆ ਵਾਲਾ ਗੁਣ ਆ ਜਾਵੇਗਾ ਫਿਰ ਕੋਮਲਤਾਈ ਵਾਲਾ ਸੁਭਾਅ ਦਾ ਬਣ ਜਾਵੇਗਾ ਫਿਰ ਸੱਚ ਬਚਨ ਬੋਲਣ ਵਾਲਾ ਗੁਣ ਆ ਜਾਵੇਗਾ ਫਿਰ ਤਪ ਵਾਲਾ ਗੁਣ ਆ ਜਾਵੇਗਾ ਫਿਰ ਦਾਨ ਵਾਲਾ ਗੁਣ ਆ ਜਾਵੇਗਾ ਫਿਰ ਸੀਲ ਨਰਮ ਸੁਭਾਅ ਜਤ ਸਤ ਵਾਲਾ ਗੁਣ ਆ ਜਾਵੇਗਾ ਸੋਚ ਪਵਿੱਤਰਤਾ ਵਾਲਾ ਗੁਣ ਆ ਜਾਵੇਗਾ ਲਾਲਚ ਤੋਂ ਬਿਨਾ ਹੋ ਜਾਵੇਗਾ ਤ੍ਰਿਸ਼ਨਾ ਬਿਨਾ ਸੰਤੋਖ ਵਾਲਾ ਗੁਣ ਆ ਜਾਵੇਗਾ। ਇਹ ਸਾਰੇ ਗੁਣ ਜੋ ਧਰਮ ਦੇ ਗੁਣ ਹੈ ਇਸ ਨੂੰ ਪ੍ਰਾਪਤ ਹੋ ਜਾਣਗੇ। ਸਭੇ ਗੁਣ ਗਿਆਨ ਤੇ ਗੁਰੂ ਦਾ ਗਿਆਨ ਪ੍ਰਾਪਤ ਹੋਵੇਗਾ ਪਰਮੇਸ਼ਰ ਵਾਹਿਗੁਰੂ ਜੀ ਦਾ ਗਿਆਨ ਇਸ ਨੂੰ ਪ੍ਰਾਪਤ ਹੋਵੇਗਾ। ਇਹ ਆਤਮਿਕ ਗਿਆਨੀ ਬਣ ਜਾਵੇਗਾ ਆਤਮਾ ਦਾ ਗਿਆਨ ਇਸ ਨੂੰ ਪ੍ਰਾਪਤ ਹੋਵੇਗਾ ਉਸ ਮੌਕੇ ਜਦੋਂ ਇਹ ਹੁਕਮ ਨੂੰ ਮੰਨੇਗਾ। ਨਾਨਕ ਦਰਦ ਹੈ ਪਾਵੇ ਮਾਨ। ਤੇ ਫਿਰ ਸਿੱਧਾ ਨੇ ਆਖਿਆ ਸੀ ਨਾ ਵੀ ਇਹਦੀ ਇੱਜ਼ਤ ਕਿਵੇਂ ਬਣੇ
ਵੀ ਇਹਨੂੰ ਪੱਤ ਕਿਵੇਂ ਮਿਲੇ, ਇਹ ਇਤਬਾਰ ਵਾਲਾ ਕਿਵੇਂ ਬਣੇ, ਲੋਕ ਪਰਲੋਕ ਵਿੱਚ ਇੱਜ਼ਤ ਕਿਵੇਂ ਪਾਵੇਗਾ। ਮਹਾਰਾਜ ਕਹਿੰਦੇ ਜਦੋਂ ਵਾਹਿਗੁਰੂ ਦੇ ਹੁਕਮ ਨੂੰ ਮੰਨੇਗਾ, ਸਾਰੇ ਗੁਣ ਗਿਆਨ ਇਸ ਨੂੰ ਪ੍ਰਾਪਤ ਹੋ ਜਾਣੇ ਆ, ਫਿਰ ਵਾਹਿਗੁਰੂ ਦੀ ਦਰਗਾਹ ਵਿੱਚ ਮਾਣ ਪਾਵੇਗਾ, ਇਸ ਨੂੰ ਸਤਿਕਾਰ ਪ੍ਰਾਪਤ ਹੋਵੇਗਾ। ਇਹ 56ਵੀਂ ਪੌੜੀ ਵਿੱਚ ਮਹਾਰਾਜ ਨੇ ਕੁਝ ਉੱਤਰ ਦਿੱਤੇ, ਅਗਲੀ ਪੌੜੀ 'ਚ ਵੀ ਉੱਤਰ ਦਿੰਦੇ ਹਨ। ਸਾਚ ਵਖਰ ਧਨ ਪਲੇ ਪਾਹੋਏ। ਮਹਾਰਾਜ ਕਹਿੰਦੇ ਸਿੱਧੋ, ਜਿਸ ਜੀਵ ਦੇ ਪਾਸ ਸੱਚਾ ਵਖਰ ਹੈ, ਸਾਚ ਵਖਰ, ਵਖਰ ਨਾਮ ਹੈ ਸੌਦੇ ਦਾ, ਸੱਚਾ ਸੌਦਾ ਹੈ ਜਿਸ ਦੇ ਪਾਸ, ਸੱਚਾ ਵਖਰ ਹੈ ਜਿਸ ਦੇ ਪੱਲੇ ਵਿੱਚ। ਉਹ ਸੱਚਾ ਵਖਰ ਕਿਹੜਾ, ਸੱਚਾ ਸੌਦਾ ਕਿਹੜਾ? ਨਾਮ ਰੂਪੀ ਸੱਚਾ ਸੌਦਾ, ਜਿਸ ਦੇ ਪੱਲੇ ਨਾਮ ਰੂਪੀ ਸੱਚਾ ਸੌਦਾ ਹੈ। ਤੇ ਧਨ ਪੱਲੇ ਹੋਏ ਜਿਸ ਦੇ ਪਾਸ ਸ਼ਰਧਾ ਰੂਪੀ ਧਨ ਹੈ, ਕਿਉਂਕਿ ਨਾਮ ਰੂਪੀ ਜਿਹੜਾ ਸੱਚਾ ਸੌਦਾ ਹੈ ਨਾ, ਇਹ ਸ਼ਰਧਾ ਰੂਪੀ ਧਨ ਦੇ ਨਾਲ ਹੀ ਖਰੀਦਿਆ ਜਾਂਦਾ ਹੈ, ਪ੍ਰਾਪਤ ਕੀਤਾ ਜਾਂਦਾ ਹੈ, ਸ਼ਰਧਾ ਵਿਸ਼ਵਾਸ ਦੇ ਨਾਲ। ਜਿਸ ਦੇ ਪਾਸ ਸ਼ਰਧਾ ਹੈ, ਭਰੋਸਾ ਹੈ, ਭਾਵਨਾ ਹੈ, ਇਹ ਸ਼ਰਧਾ ਜਿਸ ਦੇ ਪੱਲੇ ਹੈ, ਉਹਨੂੰ ਫਿਰ ਸੱਚਾ ਨਾਮ ਰੂਪੀ ਸੌਦਾ ਪ੍ਰਾਪਤ ਹੁੰਦਾ ਹੈ। ਜਿਸ ਵਖਰ ਨੂੰ ਇਹ ਲੈਣ ਵਾਸਤੇ ਆਇਆ ਜੀ, ਜਿਸ ਵਖਰ ਕੋ ਲੈਣ ਤੂੰ ਆਇਆ, RAM ਨਾਮ ਸੰਤਨ ਘਰ ਪਾਇਆ, ਤਾਜੇ ਅਭਿਮਾਨ ਲਿਹੋ ਮਨ ਮੋਲ, RAM ਨਾਮ ਹਿਰਦੇ ਮੈਂ ਤੋਲ। ਜਿਸ ਵਖਰ ਬਾਰੇ ਮਹਾਰਾਜ ਕਹਿੰਦੇ ਹੋ, ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾਕੈ ਸਦ ਬਲਿਹਾਰ ਹੈ। ਉਹ ਸੱਚਾ ਨਾਮ ਰੂਪੀ ਸੌਦਾ ਜਿਨ੍ਹਾਂ ਦੇ ਪਾਸ ਹੈ, ਜਿਨ੍ਹਾਂ ਕੋਲੇ ਸ਼ਰਧਾ ਰੂਪੀ ਧਨ ਪੱਲੇ ਵਿੱਚ ਹੈ, ਉਹਨਾਂ ਨੂੰ ਫਿਰ ਸੱਚਾ ਨਾਮ ਦਾ ਸੌਦਾ ਪ੍ਰਾਪਤ ਹੋਇਆ ਹੈ। ਆਪ ਕਰੇ ਤਾਰੇ ਭੀ ਸੋਏ। ਉਹ ਫਿਰ ਜੀਵ ਨਾਮ ਰੂਪੀ ਸੌਦੇ ਨੂੰ ਪ੍ਰਾਪਤ ਕਰਨ ਵਾਲੇ ਆਪ ਵੀ ਤਰਦੇ ਆ ਸੰਸਾਰ ਸਮੁੰਦਰ ਤੋਂ, ਤਾਰੇ ਭੀ ਸੋਏ, ਤੇ ਭੀ ਪੁਨਾ ਹੋਰਨਾਂ ਨੂੰ ਵੀ ਉਹ ਤਾਰਦੇ। ਉਹ ਜਹਾਜ਼ ਬਣ ਜਾਂਦੇ, ਜਹਾਜ਼ ਜਿਨ੍ਹਾਂ ਕੋਲੇ ਨਾਮ ਰੂਪੀ ਸੌਦਾ ਹੈ। ਜਹਾਜ਼ ਆਪ ਵੀ ਤਰਦਾ ਹੈ, ਸ਼ਿਪ ਆਪ ਵੀ ਤਰਦਾ ਹੈ, ਤੇ ਜਿਹੜੇ ਉਹਦੇ ਤੇ ਚੜ ਜਾਣ ਉਹਨਾਂ ਨੂੰ ਵੀ ਤਾਰਦਾ ਹੈ। ਉਹ ਜਹਾਜ਼ ਹੀ ਬਣ ਜਾਂਦੇ ਰੱਬ ਦੇ ਪਿਆਰੇ। ਆਪ ਤਰੈ ਤਾਰੇਣ ਸ੍ਰਿਸ਼ਟਾ, ਆਪ ਵੀ ਤਰਦੇ ਆ ਤੇ ਸ੍ਰਿਸ਼ਟੀ ਨੂੰ ਵੀ ਤਾਰਦੇ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਕਿਤਨੀ ਸ੍ਰਿਸ਼ਟੀ ਉਹਨਾਂ ਦੀ ਸੰਗਤ ਕਰਕੇ ਛੁਟਕਾਰਾ ਪਾ ਜਾਂਦੀ ਹੈ। ਕਿੰਨੀ ਸ੍ਰਿਸ਼ਟੀ ਭਗਤ ਕਬੀਰ ਸਾਹਿਬ ਦੀ ਸੰਗਤ ਕਰਕੇ ਨਾਮ ਜਪ ਕੇ ਛੁੱਟ ਗਈ। ਕਿੰਨੇ ਜਗਿਆਸੂ ਭਗਤ ਨਾਮਦੇਵ ਜੀ ਦੀ ਸੰਗਤ ਕਰਕੇ ਛੁੱਟ ਗਏ। ਕਿੰਨਿਆਂ ਨੇ ਭਗਤ ਧੰਨਾ ਜੀ ਦੀ ਸੰਗਤ ਕੀਤੀ, ਉਹਨਾਂ ਦਾ ਛੁਟਕਾਰਾ ਹੋ ਗਿਆ। ਕਿੰਨਿਆਂ ਨੇ ਭਗਤ ਸੈਣ ਜੀ ਦੀ ਸੰਗਤ ਕੀਤੀ, ਉਹਨਾਂ ਦਾ ਛੁਟਕਾਰਾ ਹੋ ਗਿਆ। ਕਿੰਨਿਆਂ ਨੇ ਭਗਤ ਰਵਿਦਾਸ ਸਾਹਿਬ ਜੀ ਦੀ ਸੰਗਤ ਕੀਤੀ, ਉਹਨਾਂ ਦਾ ਛੁਟਕਾਰਾ ਹੋ ਗਿਆ। ਇਹ ਨਹੀਂ ਵੀ ਪਿੱਛੇ ਹੀ ਹੋਇਆ, ਹੁਣ ਵੀ ਜਿੰਨੇ ਉਹਨਾਂ ਦੀ ਬਾਣੀ ਪੜ੍ਹ ਰਹੇ ਆ, ਸੁਣ ਰਹੇ ਆ, ਉਹਨਾਂ ਦਾ ਵੀ ਭਲਾ ਹੋ ਰਿਹਾ। ਕਿੰਨਿਆਂ ਨੇ ਗੁਰੂ ਕੇ ਸਿੱਖਾਂ ਦੀ ਸੰਗਤ ਕਰਕੇ ਛੁਟਕਾਰਾ ਹੋਇਆ। ਭਾਈ ਬਾਲਾ ਜੀ ਦੀ ਸੰਗਤ ਕੀਤੀ, ਭਾਈ ਮਰਦਾਨਾ ਜੀ ਦੀ ਸੰਗਤ ਕੀਤੀ, ਬਾਬਾ ਬੁੱਢਾ ਸਾਹਿਬ ਜੀ ਦੀ ਕਿੰਨਿਆਂ ਨੇ ਸੰਗਤ ਕੀਤੀ, ਬਾਬਾ ਦੀਪ ਸਿੰਘ ਸ਼ਹੀਦ ਦੀ ਕਿੰਨਿਆਂ ਨੇ ਸੰਗਤ ਕੀਤੀ, ਭਾਈ ਸਾਹਿਬ ਭਾਈ ਮਣੀ ਸਿੰਘ ਸ਼ਹੀਦ ਦੀ ਸੰਗਤ ਕੀਤੀ। ਐਸੇ ਅਨੇਕਾਂ ਗੁਰਸਿੱਖ ਮਹਾਂਪੁਰਖ ਬ੍ਰਹਮ ਗਿਆਨੀ ਗੁਰਮੁਖ ਪਿਆਰੇ ਗੁਰੂ ਕੇ ਪੰਥ ਵਿੱਚ ਹੋਏ। ਮਹਾਰਾਜ ਕਹਿੰਦੇ ਉਹ ਆਪ ਵੀ ਤਰਦੇ ਆ ਤੇ ਹੋਰ ਵੀ ਸੰਸਾਰ ਦੇ ਜੀਵਾਂ ਨੂੰ ਤਾਰਦੇ ਹਨ। ਸਹਿਜ ਰੰਗਾ ਉੱਚੇ ਪਤ ਹੋਏ। ਜਿਹੜਾ ਸਹਿਜ ਅਵਸਥਾ ਦੇ ਵਿੱਚ ਰੰਗਿਆ ਜਾਂਦਾ ਹੈ, ਗੁਰੂ ਕੇ ਗਿਆਨ ਦੇ ਵਿੱਚ ਜਿਸ ਦਾ ਟਿਕਾ ਬਣਦਾ ਹੈ, ਜਿਸ ਨੂੰ ਗੁਰੂ ਦਾ ਗਿਆਨ ਪ੍ਰਾਪਤ ਹੁੰਦਾ, ਸਹਿਜ ਅਡੋਲਤਾ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਫਿਰ ਰੱਤਾ ਰੰਗਿਆ ਗਿਆ ਨਾਮ ਰੰਗ ਦੇ ਵਿੱਚ, ਉਹ ਵਾਹਿਗੁਰੂ ਨੂੰ ਬੁੱਝਦਾ ਹੈ। ਉਹਦੀ ਪੱਤ ਹੁੰਦੀ, ਇੱਜ਼ਤ ਹੁੰਦੀ ਹੈ, ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ। ਆਕੀ ਕੀਮਤ ਕਰੇ ਨਾ ਕੋਏ। ਇਹ ਸਿੱਧੋ ਐਸਾ ਗੁਰਮੁਖ ਪਿਆਰਾ ਪਰਮੇਸ਼ਰ ਨਾਲ ਜੁੜਿਆ ਹੋਇਆ, ਉਹ ਇੰਨਾ ਮਹਾਨ ਬਣ ਜਾਂਦਾ ਹੈ, ਇੰਨਾ ਅਮੋਲਕ ਬਣ ਜਾਂਦਾ ਹੈ, ਉਹਦੀ ਕੀਮਤ ਹੀ ਨਹੀਂ ਕੋਈ ਕਰ ਸਕਦਾ। ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਬੇਕੀਮਤੀ ਹੈ। ਉਹ ਵਾਹਿਗੁਰੂ ਆਪ ਹਰਿ ਆਪ ਅਮੁੱਲਕ ਹੈ, ਆਪ ਵੀ ਅਮੁੱਲਕ ਹੈ, ਉਹਦਾ ਨਾਮ ਵੀ ਅਮੁੱਲਕ ਹੀ ਆ। ਤੇ ਨਾਮ ਜਿਹਦੇ ਹਿਰਦੇ ਵਿੱਚ ਵਸ ਜਾਂਦਾ ਹੈ, ਉਹਨੂੰ ਵੀ ਮਹਾਨ ਹੀ ਬਣਾ ਦਿੰਦਾ ਹੈ। ਕਿਨਕਾ ਏਕ ਜਿਸ ਜੀ ਵਸਾਵੈ,
ਤਾਂ ਕਿ ਮਹਿਮਾ ਗਣੀ ਨਾ ਆਵੇ। ਨਾ ਤੇ ਕਿਣਕੇ ਦੀ ਮਹਿਮਾ ਗਿਣੀ ਜਾ ਸਕਦੀ ਆ ਤੇ ਨਾ ਉਹਦੀ ਮਹਿਮਾ ਗਿਣੀ ਬਿਆਨ ਕੀਤੀ ਜਾ ਸਕਦੀ ਜਿਹਦੇ ਹਿਰਦੇ ਵਿੱਚ ਵਸ ਜਾਵੇ। ਤਾਂ ਕਿ ਕੀਮਤ ਕਰੇ ਨਾ ਕੋਈ, ਉਹਦੀ ਕੋਈ ਕੀਮਤ ਨਹੀਂ ਕਰ ਸਕਦਾ, ਉਹ ਮਹਾਨ ਅਮੋਲਕ ਬਣ ਜਾਂਦਾ ਹੈ। ਜਹ ਦੇਖਾ ਤਹ ਰਹਿਆ ਸਮਾਏ। ਐਸੇ ਗੁਰਮੁਖ ਦੀ, ਐਸੇ ਪ੍ਰਭੂ ਦੇ ਪਿਆਰੇ ਦੀ ਅਵਸਥਾ ਫਿਰ ਇਹ ਬਣ ਜਾਂਦੀ ਹੈ, ਉਹ ਜਿੱਧਰ ਵੇਖਦਾ ਹੈ ਨਾ ਉੱਥੇ ਉਹਨੂੰ ਸਮਾ ਰਿਹਾ ਪਰਮੇਸ਼ਰ ਹੀ ਦਿਸਦਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੀ ਓਤ ਪੋਤ ਪ੍ਰਭ ਸੋਈ। ਉਹ ਫਿਰ ਕਹਿੰਦਾ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ। ਉਹਨੂੰ ਇਹ ਦ੍ਰਿਸ਼ਟੀ ਮਿਲ ਜਾਂਦੀ, ਬ੍ਰਹਮ ਦ੍ਰਿਸ਼ਟੀ। ਜਹ ਦੇਖਾ ਤਹ ਰਹਿਆ ਸਮਾਏ। ਜਿੱਧਰ ਵੇਖਦਾ ਉਧਰ ਪਰਮੇਸ਼ਰ ਹੀ ਸਮਾ ਰਿਹਾ ਦਿਸਦਾ ਹੈ। ਨਾਨਕ ਪਾਰ ਪਰੈ ਸੱਚ ਭਾਏ। ਮਹਾਰਾਜ ਸਾਹਿਬ ਕਹਿੰਦੇ ਵੀ ਇਸ ਤਰ੍ਹਾਂ ਉਹ ਪਾਰ ਹੋ ਜਾਂਦਾ ਹੈ। ਸਿੱਧਾ ਨੇ ਆਖਿਆ ਸੀ ਜੀਵ ਪਾਰ ਕਿਵੇਂ ਹੋ ਸਕਦਾ ਸੰਸਾਰ ਸਾਗਰ ਤੋਂ, ਕਿਉ ਕਰ ਬੂਝੈ ਪਾਵੈ ਪਾਰ। ਕਿਵੇਂ ਪਾਰ ਹੋ ਸਕਦਾ? ਤੇ ਮਹਾਰਾਜ ਉੱਤਰ ਦਿੰਦੇ ਆ ਸੱਚ ਭਾਏ। ਜਦੋਂ ਸੱਚ ਨਾਲ ਭਾਏ, ਪ੍ਰੇਮ ਕਰੇ ਨਾ ਸੱਚੇ ਪਰਮੇਸ਼ਰ ਦੇ ਨਾਲ, ਉਹਦੀ ਬੰਦਗੀ ਕਰੇ ਤੇ ਫਿਰ ਸੰਸਾਰ ਸਾਗਰ ਤੋਂ ਪਾਰ ਪਰ ਜਾਂਦਾ ਹੈ, ਪਾਰ ਹੋ ਜਾਂਦਾ ਹੈ। ਪਾਰ ਪਰੈ, ਪਾਰ ਉਤਰ ਜਾਂਦਾ ਹੈ। ਕਿਉਂਕਿ ਜਹਾਜ਼ ਮਿਲ ਜਾਂਦਾ ਪਾਰ ਕਰਨ ਵਾਲਾ, ਨਾਮ ਰੂਪੀ ਜਹਾਜ਼, ਗੁਰੂ ਰੂਪੀ ਜਹਾਜ਼। ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਸੱਚੇ ਨਾਲ ਭਾਏ ਪ੍ਰੇਮ ਕਰਕੇ ਸੰਸਾਰ ਸਮੁੰਦਰ ਤੋਂ ਐਸਾ ਪ੍ਰਭੂ ਦਾ ਪਿਆਰਾ ਪਾਰ ਹੋ ਜਾਂਦਾ ਹੈ। ਇਹ ਸਾਧ ਸੰਗਤ ਜੀ ਜੋ 55ਵੀਂ ਪੌੜੀ ਵਿੱਚ ਸਿੱਧਾ ਨੇ ਸਵਾਲ ਕੀਤੇ, ਦੋਵਾਂ ਪੌੜੀਆਂ ਵਿੱਚ ਮਹਾਰਾਜ ਨੇ ਉਹਨਾਂ ਦੇ ਜਵਾਬ ਦਿੱਤੇ। 56 ਅਤੇ 57 ਨੰਬਰ ਦੀ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਕੀ ਬਾਣੀ ਅਗਾਧ ਬੋਧ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣਿਆ ਸੀ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਜਹ ਦੇਖਾ ਤਹ ਰਹਿਆ ਸਮਾਏ। ਨਾਨਕ ਪਾਰ ਪਰੈ ਸੱਚ ਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।